ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਕੁਝ ਮੁੱਦੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਅੱਜ ਅਸੀਂ ਪ੍ਰੋਗਰਾਮ ਨੂੰ ਦੋ ਹਿੱਸਿਆਂ ਦੇ ਵਿੱਚ ਕਰਨਾ। ਪ੍ਰੋਗਰਾਮ ਦੇ ਪਹਿਲੇ ਹਿੱਸੇ ਵਿੱਚ ਆਪਾਂ 3-4 ਮਸਲੇ ਤੁਹਾਡੇ ਨਾਲ ਸਾਂਝੇ ਕਰਨੇ ਆ ਤੇ ਪ੍ਰੋਗਰਾਮ ਦੇ ਦੂਜੇ ਹਿੱਸੇ ਵਿੱਚ ਆਪਾਂ ਮੋਹਨ ਗਿੱਲ ਹੋਣਾ ਦੇ ਨਾਲ ਗੱਲਬਾਤ ਕਰਨੀ ਆ। ਤੁਸੀਂ ਜਾਣਦੇ ਹੋ ਚੈਨਲ ਪੰਜਾਬੀ ਦੇ ਉੱਤੇ ਕਲਾ ਦੇ ਅੰਗ ਸੰਗ ਪ੍ਰੋਗਰਾਮ ਦੇ ਵਿੱਚ ਜਿਹੜਾ ਸਾਹਿਤਕ ਹਲਕਿਆਂ ਦੇ ਵਿੱਚ ਸਭ ਤੋਂ ਵੱਧ ਚਰਚਿਤ ਪ੍ਰੋਗਰਾਮ ਔਰ ਸਭ ਤੋਂ ਵੱਧ ਲੰਬੇ ਸਮੇਂ ਲਈ ਕਿਸੇ ਵੀ ਟੀਵੀ ਚੈਨਲ ਦੇ ਉੱਤੇ ਹੋਣ ਵਾਲਾ ਪ੍ਰੋਗਰਾਮ ਕਲਾ ਦੇ ਅੰਗ ਸੰਗ ਦੇ ਹੋਸਟ ਨੇ ਉਹ ਤੇ ਪ੍ਰਸਿੱਧ ਕਵੀ ਨੇ। ਉਹਨਾਂ ਦੀ ਨਵੀਂ ਜਿਹੜੀ ਪੁਸਤਕ ਆ ਪਵਨ ਉਹਦੇ ਉੱਤੇ ਗੋਸ਼ਟੀ ਹੋਣ ਜਾ ਰਹੀ ਹੈ ਇੱਥੇ ਸਰੀ ਦੇ ਵਿੱਚ BC ਦੇ ਵਿੱਚ ਤੇ ਉਸ ਕਿਤਾਬ ਬਾਰੇ ਤੇ ਜਿਹੜਾ ਉਹਨਾਂ ਦੇ ਬਾਰੇ ਆਪਾਂ ਗੱਲਬਾਤ ਅੱਜ ਉਹਨਾਂ ਨਾਲ ਪ੍ਰੋਗਰਾਮ ਦੇ ਦੂਜੇ ਹਿੱਸੇ ਵਿੱਚ ਕਰਨੀ ਹੈ। ਪਹਿਲੇ ਹਿੱਸੇ ਵਿੱਚ ਇੱਕ ਗੱਲਬਾਤ ਇਹ ਕਰਨੀ ਅੱਜ ਜਿਹੜੀ ਖਬਰ ਆਈ ਹੈ ਕਿ ਕੈਨੇਡਾ ਦੇ ਵਿੱਚ ਐਤਕੀ ਗਰਮੀ ਵੱਧ ਪਊਗੀ। ਦੂਜੀ ਅੰਟੈਰੀਓ ਦੇ ਵਿੱਚ ਘਰ ਖਰੀਦਣਾ ਸੌਖਾ ਹੋ ਗਿਆ ਤੇ ਤੀਜੀ ਗੱਲਬਾਤ ਕਰਾਂਗੇ ਕੈਲਗਰੀ ਯੂਨੀਵਰਸਿਟੀ ਦੇ ਜਿਹੜੇ ਵਿਗਿਆਨੀ ਨੇ ਉਹ ਪਸੀਨੇ ਤੋਂ ਮਾਨਸਿਕ ਤਣਾਅ ਦਾ ਪਤਾ ਲਾ ਰਹੇ ਆ ਤੇ ਜਿਹੜੀ ਅਗਲੀ ਗੱਲਬਾਤ ਆ ਉਹ ਆਪਾਂ ਕਰਨੀ ਹੈ ਕਿ ਫਲੇਅਰ 에ਅਰਲਾਈਨ ਨੇ ਮੁਆਫੀ ਮੰਗੀ ਹੈ। ਪਿਛਲੇ ਦਿਨਾਂ ਦੇ ਵਿੱਚ ਇਹਨਾਂ ਦਾ ਕਾਫੀ ਡਿਸਪਿਊਟ ਹੋਇਆ, 4 ਇਹਨਾਂ ਦੇ ਜਹਾਜ਼ ਸੀਜ਼ ਕਰ ਰਹੇ ਸੀ। ਉਹ ਗੱਲਬਾਤ ਵੀ ਆਪਾਂ ਤੁਹਾਡੇ ਨਾਲ ਇਹਦੇ ਅਗਲੇ ਹਿੱਸੇ ਵਿੱਚ ਜਾ ਕੇ ਕਰਨੀ ਹੈ। ਸਭ ਤੋਂ ਪਹਿਲੀ ਗੱਲਬਾਤ ਮੌਸਮ ਬਾਰੇ। ਇਸ ਵਾਰੀ ਜਿਹੜੀ ਰਿਕਾਰਡ ਸੈਟਿੰਗ ਹੀਟ ਸੀਗੀ ਸਮਰ ਦੇ ਵਿੱਚ 2022 ਦੇ ਵਿੱਚ ਤੁਸੀਂ ਜਾਣਦੇ ਆ ਪਈ ਆ ਤੇ ਇਸ ਵੇਲੇ ਦੱਸਿਆ ਜਾ ਰਿਹਾ ਕਿ ਉੱਦਾਂ ਦੀ ਲਗਭਗ ਗਰਮੀ ਐਤਕੀ ਫੇਰ ਪੈ ਰਹੀ ਹੈ। ਜਿਹੜੀ ਫਾਰਮਰਸ ਐਲਮੈਂਕ ਇੱਕ ਲੌਂਗ ਰੇਂਜ ਫੋਰਕਾਸਟ ਕੀਤਾ ਗਿਆ ਉਹਦੇ ਵਿੱਚ ਦੱਸਿਆ ਗਿਆ, ਜਿਹੜੀ ਰਿਪੋਰਟ ਦੇ ਵਿੱਚ ਇਹ ਦੱਸਿਆ ਗਿਆ ਕਿ ਵੱਖ-ਵੱਖ ਰੀਜਨਸ ਦੇ ਵਿੱਚ ਕੈਨੇਡਾ ਦੇ ਵਿੱਚ ਜਿਹੜੀ ਕਾਫੀ ਜ਼ਿਆਦਾ ਹੀਟ ਪਹਿਲਾਂ ਨਾਲ ਹੀ ਪਊਗੀ ਤੇ ਖਾਸ ਕਰਕੇ ਜੂਨ ਮਹੀਨੇ ਦੇ ਆਖਰ ਦੇ ਵਿੱਚ ਸਤੰਬਰ ਦੇ ਸ਼ੁਰੂ ਤੱਕ ਦੱਸਦੇ ਆ ਕਿ ਗਰਮੀ ਪੈਣੀ ਹੈ। ਟੈਂਪਰੇਚਰ ਕੁਝ ਥਾਵਾਂ ਦੇ ਉੱਤੇ 32 ਡਿਗਰੀ ਤੱਕ ਇਸ ਵਾਰੀ ਰਹੂਗਾ। ਸੋ ਉਹਦਾ ਇੱਕ ਤਾਂ ਇਹ ਆ ਕਿ ਆਪਣਾ ਪ੍ਰਬੰਧ ਪਹਿਲਾਂ ਹੀ ਕਰ ਲਓ। ਉਸ ਵੇਲੇ ਨਾ ਤਾਂ AC ਮਿਲਦੇ ਹੁੰਦੇ ਆ ਨਾ ਪੱਖੇ ਮਿਲਦੇ ਹੁੰਦੇ ਆ, ਜਿੱਥੇ ਕਿਤੇ ਵੀ ਇਹ ਸਮੱਸਿਆ ਆ ਸਕਦੀ ਆ। ਜਿਹੜੇ ਆ ਮੈਨੀਟੋਬਾ ਸਸਕਾਚਵਿਨ ਤੇ ਇਹ ਇਲਾਕੇ ਹੈਗੇ ਆ ਇੱਥੇ ਵੀ ਹੀਟ ਕਹਿੰਦੇ ਕਾਫੀ ਜ਼ਿਆਦਾ ਪਊਗੀ, ਗਰਮੀ ਜਿਹੜੀ ਆਮ ਨਾਲੋਂ ਜ਼ਿਆਦਾ ਪਊਗੀ। ਕੁਬੈਕ ਦੇ ਵਿੱਚ ਕਾਫੀ ਮੌਸਮ ਡਰਾਈ ਰਹਿਣ ਦੀ ਗੱਲਬਾਤ ਦੱਸੀ ਜਾ ਰਹੀ ਹੈ ਨਾਰਮਲ ਟੈਂਪਰੇਚਰ ਨਾਲੋਂ। ontario ਦੇ ਵਿੱਚ ਵੀ ਦੱਸਿਆ ਜਾ ਰਿਹਾ ਕਿ ਜਿਹੜੀ ਹਿਊਮਿਡਿਟੀ ਆ ਉਹ ਕਾਫੀ ਜ਼ਿਆਦਾ ਹੋਊਗੀ ਤੇ ਸੋਗੀ ਜਿਹਾ ਟੈਂਪਰੇਚਰ ਰਹਿਣਾ ਆ। ਜਿਹੜਾ ਅਟਲਾਂਟਿਕ ਪ੍ਰੋਵਿੰਸਸ ਨੇ ਉਹ ਵੀ ਡਰਾਈ ਰਹਿਣਗੇ ਪਰ ਸੀਜ਼ਨਲ ਟੈਂਪਰੇਚਰ ਜਿਹੜਾ ਆ ਉਹ ਉੱਥੇ ਵੀ ਰਹਿਣਾ ਆ। ਤੇ ਇਹਦੇ ਨਾਲ ਹੀ ਇਹ ਦੱਸਿਆ ਜਾ ਰਿਹਾ ਕਿ ਜਿਹੜੀ ਰੇਨਫਾਲ ਆ ਉਹ ਵੀ ਨਾਰਮਲ ਤੋਂ ਉੱਤੇ ਖਾਸ ਕਰ ਸੈਂਟਰਲ ਕੈਨੇਡਾ ਦੇ ਵਿੱਚ ਦੱਸੀ ਜਾ ਰਹੀ ਹੈ। ਤੇ ਕਲਾਈਮੇਟ ਜਿਹੜਾ ਇਹਦੇ ਬਾਰੇ ਜਾਣਕਾਰੀ ਹੈ ਇਹਦੇ ਵਿੱਚ ਇਹ ਵੀ ਦੱਸਿਆ ਗਿਆ, ਹਾਲਾਂਕਿ ਪ੍ਰੀਲਿਮਿਨਰੀ ਜਾਣਕਾਰੀ ਹੈ, ਬਾਕੀ ਡਿਟੇਲ ਵੀ ਇਹਦੇ ਵਿੱਚ ਦੱਸੀ ਜਾਊਗੀ। ਪਰ ਐਨਵਾਇਰਨਮੈਂਟ ਕੈਨੇਡਾ ਦੇ ਜਿਹੜੇ ਸੀਨੀਅਰ ਮੈਟਰੋਲੋਜਿਸਟ ਨੇ ਉਹ ਇਸ ਮਾਮਲੇ ਦੇ ਵਿੱਚ ਦੱਸ ਰਿਹਾ ਹੈ ਕਿ ਕੈਨੇਡਾ ਦੇ ਵਿੱਚ ਲਗਾਤਾਰ ਟੈਂਪਰੇਚਰ ਦਾ ਵਾਧਾ ਹੋ ਰਿਹਾ ਪਿਛਲੇ 20 ਸਾਲਾਂ ਤੋਂ। ਪਿਛਲੇ 20 ਸਾਲਾਂ ਤੋਂ ਗਰਮੀ ਜ਼ਿਆਦਾ ਪੈ ਰਹੀ ਹੈ ਇੱਥੇ। ਸੋ ਇਹ ਜਿਹੜੀ ਭਾਵੇਂ ਕਿ ਅਸੀਂ ਦੁਨੀਆ ਦੀ ਦੂਜੀ ਸਭ ਤੋਂ ਠੰਡੀ ਕੰਟਰੀ ਆ, ਸੈਕੰਡ ਕੋਲਡੈਸਟ ਕੰਟਰੀ ਇਨ ਦਾ ਵਰਲਡ, ਪਰ ਇਹ ਦੂਜੀ ਸਭ ਤੋਂ ਠੰਡੀ ਕੰਟਰੀ ਦੇ ਵਿੱਚ ਹੀ ਗਰਮੀ ਜਿਹੜੀ ਪਿਛਲੇ ਦਿਨਾਂ ਤੋਂ ਪਿਛਲੇ ਸਾਲਾਂ ਤੋਂ ਕਾਫੀ ਪੈਣੀ ਸ਼ੁਰੂ ਹੋਈ ਆ। ਕਦੇ ਇੱਕ ਸਾਲ ਬਚਾਅ ਹੋ ਜਾਂਦਾ ਪਰ ਹੁਣ ਲੱਗਦਾ ਹੈ ਕਿ ਐਤਕੀ ਗਰਮੀ ਕਾਫੀ ਜ਼ਿਆਦਾ ਪਊਗੀ। ਐਨਵਾਇਰਨਮੈਂਟਲ ਕੈਨੇਡਾ ਨੇ ਇਹ ਵੀ ਦੱਸਿਆ ਹੈ ਕਿ ਉਹਨਾਂ ਨੇ ਆਪਣਾ ਸਮਰ ਫੋਰਕਾਸਟ ਵੀ ਰਿਲੀਜ਼ ਕੀਤਾ ਜਿਹੜਾ ਉਹਨਾਂ ਨੇ ਕਰਨਾ ਆ ਤੇ ਉਹਦੇ ਵਿੱਚ ਵੀ ਇਹ ਗੱਲਬਾਤ ਦੱਸਣਗੇ। ਆਮ ਤੌਰ ਦੇ ਉੱਤੇ ਮਈ ਐਂਡ ਦੇ ਵਿੱਚ ਪ੍ਰੋਪਰ ਜਿਹੜਾ ਫੋਰਕਾਸਟ ਹੁੰਦਾ ਉਹ ਰਿਲੀਜ਼ ਕੀਤਾ ਜਾਂਦਾ ਆ। ਸੋ ਪਰ ਇਹ ਪ੍ਰੀਲਿਮਿਨਰੀ ਆ, ਇਹ ਪਹਿਲਾਂ ਹਜੇ ਉਹਨਾਂ ਨੇ ਮੋਟਾ ਅੰਦਾਜ਼ਾ ਦੱਸਤਾ। ਡਿਟੇਲ ਦੇ ਵਿੱਚ ਫਿਰ ਉਹ ਇੱਥੇ ਤੱਕ ਦੱਸ ਦਿੰਦੇ ਹੁੰਦੇ ਕਿ ਇਸ ਪਾਰਟ ਦੇ ਉੱਤੇ ਇੰਨੀ ਗਰਮੀ ਇਹਨਾਂ ਦਿਨਾਂ ਦੇ ਵਿੱਚ ਜ਼ਿਆਦਾ ਪੈਣੀ ਆ ਤਾਂ ਕਿ ਲੋਕ ਉਹਦਾ ਪ੍ਰਬੰਧ ਕਰ ਸਕਣਗੇ। 2022 ਇਸ ਕਰਕੇ ਕਹਿੰਦੇ ਆ 2022 ਕੈਨੇਡਾ ਦੀ ਤੀਜੀ ਸਭ ਤੋਂ ਵੱਧ ਗਰਮੀ ਵਾਲਾ ਸਾਲ ਸੀਗਾ, ਜਿੱਥੇ ਟੈਂਪਰੇਚਰ ਜਿੰਨਾ ਹੋਣਾ ਚਾਹੀਦਾ ਸੀ ਉਹ ਤੋਂ 1.6 ਡਿਗਰੀ ਸੈਂਟੀਗ੍ਰੇਡ ਉੱਤੇ ਚਲੇ ਗਿਆ ਸੀ। ਬ੍ਰਿਟਿਸ਼ ਕੋਲੰਬੀਆ ਦੇ ਕੁਝ ਇਲਾਕਿਆਂ ਦੇ ਵਿੱਚ 35 ਡਿਗਰੀ ਤੱਕ ਤਾਪਮਾਨ ਹੋ ਗਿਆ ਸੀ ਸਤੰਬਰ ਮਹੀਨੇ ਦੇ ਵਿੱਚ ਵੀ। ਵਾਈਲਡ ਲਾਈਫ ਜਿਹੜੀ ਹੈਗੀ ਆ ਜਿਹੜੀ ਉਹਦੇ ਉੱਤੇ ਬਹੁਤ ਵੱਡਾ ਅਸਰ ਪਿਆ ਸੀ। ਜੰਗਲ ਦੇ ਵਿੱਚ ਅੱਗਾਂ ਲੱਗ ਗਈਆਂ ਸੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਉਧਰ ਨਿਊ ਫਾਊਂਡਲੈਂਡ ਦੇ ਵਿੱਚ ਤੇ ਜਿਹੜੀ ਪਿਛਲੇ 60 ਸਾਲਾਂ ਦੇ ਵਿੱਚ ਇੰਨੀ ਜੰਗਲੀ ਅੱਗ ਨਹੀਂ ਲੱਗੀ ਜਿੰਨੀ ਪਿਛਲੇ ਸਾਲ ਲੱਗੀ ਸੀ। ਸੋ ਸਮਰ ਜਿਹੜਾ ਦਾ ਗਰਮੀ ਜ਼ਿਆਦਾ ਪੈਣਾ, ਹਾਲਾਂਕਿ ਸਮਰ ਲੋਕ ਉਡੀਕਦੇ ਰਹਿੰਦੇ ਆ ਇੱਥੇ ਵੀ ਸਮਰ ਲੰਬੀ ਹੋਵੇ, ਪਰ ਉਹਦੇ ਵਿੱਚ ਜ਼ਿਆਦਾ ਗਰਮੀ ਪੈਣੀ ਇੱਕ ਚਿੰਤਾ ਵਾਲੀ ਗੱਲ ਆ। ਜਿਹੜੀਆਂ ਪਿਛਲੀਆਂ ਕਹਿ ਲਓ ਕਿ ਤੁਸੀਂ 75 ਸਮਰ ਕੱਢ ਲਓ ਕੈਨੇਡਾ ਦੀਆਂ ਸਾਰੀਆਂ 75 ਸਾਲਾਂ ਦੀਆਂ, ਤੇ ਜਿਹੜੀਆਂ ਟੌਪ 20 ਆ ਜਿਹੜੀਆਂ ਉਹਨਾਂ ਦੇ ਵਿੱਚੋਂ ਸਮਰਸ ਜਿਹੜੀਆਂ ਹੈਗੀਆਂ ਉਹ ਉਹਨਾਂ ਦੇ ਵਿੱਚੋਂ ਜੇ 75 ਦੇ ਵਿੱਚੋਂ 20 ਟੌਪ ਦੀਆਂ ਕੱਢੀਆਂ ਹੋਣਗੀਆਂ ਤਾਂ ਉਹਨਾਂ ਦੇ ਵਿੱਚੋਂ 16 2000 ਤੋਂ ਬਾਅਦ ਵਾਪਰੀਆਂ। ਸੋ ਇੱਥੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਪਿਛਲੇ 20 ਸਾਲਾਂ ਦੇ ਵਿੱਚ ਕਿੰਨੀ ਜ਼ਿਆਦਾ ਗਰਮੀ ਪੈਣੀ
ਸ਼ੁਰੂ ਹੋਈ ਆ। ਸੋ ਕੈਨੇਡਾ ਦੇ ਵਿੱਚ ਇਹ ਟੈਂਪਰੇਚਰ ਐਤਕੀ ਗਰਮੀ ਜਿਹੜੀ ਆ ਉਹ ਜ਼ਿਆਦਾ ਪੈਣੀ ਤੇ ਉਹਦੇ ਨਾਲ ਸੰਬੰਧਿਤ ਫਿਰ ਹੋਰ ਜਿਹੜੀਆਂ ਮੁਸ਼ਕਲਾਂ ਨੇ ਉਹ ਵੀ ਸਾਹਮਣੇ ਆਉਣਗੀਆਂ। ਅਗਲੀ ਖਬਰ ਦੋਸਤੋ ontario ਤੋਂ ਆ। ontario ਦੇ ਵਿੱਚ ਘਰ ਖਰੀਦਣ ਨੂੰ ਲੈ ਕੇ ਇੱਕ ਚੰਗੀ ਖਬਰ ਆਈ ਆ। ਇੱਕ ਅਵਰਬੋਰੋ ਕੰਪਨੀ ਆ, ਉਹ ਮਦਦ ਕਰ ਰਹੀ ਆ ਤੁਹਾਡੀ ਡਾਊਨ ਪੇਮੈਂਟ ਦੇ ਵਿੱਚ, ਤੁਹਾਡੇ ਨਾਲ ਕੋ-ਇਨਵੈਸਟ ਕਰਦੀ ਆ। ਜਦੋਂ ਬੰਦੇ ਨੇ ਘਰ ਲੈਣਾ ਹੁੰਦਾ ਉਹਦੇ ਕੋਲੇ ਦੋ ਵੱਡੀਆਂ ਸਮੱਸਿਆਵਾਂ ਹੁੰਦੀਆਂ। ਵੈਸੇ ਸਮੱਸਿਆਵਾਂ ਤਾਂ ਬਹੁਤ ਹੁੰਦੀਆਂ, ਪਰ ਇੱਕ ਸਮੱਸਿਆ ਤਾਂ ਮੌਰਗੇਜ ਮਿਲਣ ਦੀ ਹੁੰਦੀ ਹੈ ਕਿ ਤੁਸੀਂ ਉਹਦੇ ਲਈ ਕੁਆਲੀਫਾਈ ਕਰੋ, ਤੁਹਾਡੀ ਇਨਕਮ ਉਨੀ ਹੋਵੇ ਤਾਂ ਤੁਹਾਨੂੰ ਬੈਂਕ ਉਹਨਾਂ ਲੋਨ ਦੇ ਦੇਵੇ ਤੇ ਤੁਸੀਂ ਘਰ ਖਰੀਦ ਸਕੋ। ਇੱਕ ਉਹਦੇ ਵਿੱਚ ਵੱਡਾ ਪਾਰਟ ਹੁੰਦਾ ਤੁਹਾਡੀ ਡਾਊਨ ਪੇਮੈਂਟ ਦਾ, ਕਿ ਉਹ ਡਾਊਨ ਪੇਮੈਂਟ ਤੁਸੀਂ ਕਿੰਨੀ ਦੇਣੀ ਆ। 20% ਦੇਣੀ ਆ, ਤੇ ਕੀ 20% ਤੁਹਾਡੇ ਕੋਲ ਪਹਿਲਾਂ ਹੈਗੀ ਆ? ਬਹੁਤੇ ਲੋਕਾਂ ਕੋਲੇ 20% ਹੁੰਦੀ ਨਹੀਂ। ਜੇ ਮਿਲੀਅਨ ਦਾ ਘਰ ਲੈਣਾ ਤੇ $2 ਲੱਖ ਲੋਕਾਂ ਕੋਲੇ ਪਿਆ ਨਹੀਂ ਹੁੰਦਾ। ਉਹ $2 ਲੱਖ ਤੁਹਾਡਾ ਆਪਣਾ ਹੋਣਾ ਚਾਹੀਦਾ, ਕਿਸੇ ਕੋਲੋਂ ਲੋਨ ਨਾ ਲਿਆ ਹੋਵੇ ਜਾਂ ਹੋਰ ਕੁਛ ਨਾ ਹੋਵੇ, ਨਹੀਂ ਤਾਂ ਉਹ ਵੀ ਮੌਰਗੇਜ ਦੇ ਵਿੱਚ ਗਿਣ ਲਿਆ ਜਾਂਦਾ। ਇਹ ਜਿਹੜੀ ਡਾਊਨ ਪੇਮੈਂਟ ਦੇਣ ਦੀ ਸਮੱਸਿਆ ਆ, ਇਹਨੂੰ ਹੱਲ ਕਰਨ ਦੇ ਲਈ ਇਹ ਕੰਪਨੀ ਕਹਿੰਦੇ ਸਾਹਮਣੇ ਆਈ ਆ। ਅਵਰਬੋਰੋ ਜਿਹੜੀ ਇਹ ਕੰਪਨੀ ਆ, ਇਹ ਕਹਿੰਦੀ ਆ ਕਿ ਤੁਹਾਡੇ ਨਾਲ ਅਸੀਂ ਘਰ ਦੇ ਵਿੱਚ ਡਾਊਨ ਪੇਮੈਂਟ ਦੇ ਦਾਂਗੇ, ਕੋ-ਇਨਵੈਸਟ ਕਰਾਂਗੇ, ਵੀ ਜਿੰਨੇ ਦਾ ਘਰ ਆ ਉਹਦੇ 'ਚ ਸਾਡਾ ਹਿੱਸਾ ਪਵਾ ਲਓ, ਘਰ ਤੁਹਾਡਾ ਆ, ਰਹੀ ਤੁਸੀਂ ਜਾਓ, ਜਿੱਦਣ ਪਰ ਮੁੜ ਕੇ ਉਹਨੂੰ ਵੇਚਣਾ ਆ ਉਹ ਜਿੰਨੇ ਦਾ ਘਰ ਹੋਊਗਾ ਉਨਾ ਹਿੱਸਾ ਸਾਡਾ ਹੋਊਗਾ ਉਹਦੇ ਵਿੱਚੋਂ। ਸ਼ੇਅਰ ਉਸ ਤੁਹਾਡੇ ਘਰ ਦਾ ਜਿਹੜੀ ਵੀ ਫਿਊਚਰ ਐਪਰੀਸੀਏਸ਼ਨ ਹੋਊਗੀ, ਜਿੰਨਾ ਵੀ ਉਹ ਵਧੂਗਾ ਉਹਦਾ ਰੇਟ, ਉਹਦਾ ਫਿਰ ਹਿੱਸਾ ਉਸ ਹਿਸਾਬ ਦੇ ਨਾਲ ਉਹਨਾਂ ਨੂੰ ਦੇਣਾ ਪਊਗਾ। ਸੋ ਇਹ ਕਈ ਲੋਕਾਂ ਦੇ ਲਈ ਤਾਂ ਬਹੁਤ ਚੰਗੀ ਗੱਲ ਆ। ਘੱਟੋ ਘੱਟ ਤੁਸੀਂ ਘਰ ਤਾਂ ਲੈ ਸਕਦੇ, ਅਦਰਵਾਈਜ਼ ਉਹ ਘਰ ਹੀ ਨਹੀਂ ਲੈ ਸਕਦੇ। ਮੰਨ ਲਓ ਕਿਸੇ ਬੰਦੇ ਨੇ $1 ਮਿਲੀਅਨ ਦਾ ਘਰ ਲੈਣਾ ਤੇ ਉਹਨੂੰ ਡਾਊਨ ਪੇਮੈਂਟ 5% ਉਹਨੇ ਪਾਉਣੀ ਆ ਉਹਦੇ ਵਿੱਚ, ਤੇ 5% $50,000 ਬਣਦਾ $1 ਮਿਲੀਅਨ ਦਾ। ਉਹਦੇ ਕੋਲੇ 5% ਹੈਗੀ ਆ, $50,000 ਹੈਗਾ ਆ, ਤੇ 15% ਜਿਹੜੀ ਇਹ ਕੰਪਨੀ ਆ ਅਵਰਬੋਰੋ ਕਹਿੰਦੇ ਅਸੀਂ ਪਾ ਦਾਂਗੇ। ਮਤਲਬ 50,000 ਤੁਸੀਂ ਪਾ ਲਓ, 1.5 ਲੱਖ ਇਹ ਦੇਣਗੇ, ਤੇ 15 ਜਮਾ 5% ਕਰਕੇ 20% ਡਾਊਨ ਪੇਮੈਂਟ ਹੋ ਗਈ। ਹੁਣ ਮੰਨ ਲਓ ਘਰ ਮਹਿੰਗਾ ਹੋ ਗਿਆ, ਉਹ ਕੱਲ੍ਹ ਨੂੰ ਤੁਸੀਂ 10 ਲੱਖ ਦਾ ਲਿਆ ਸੀ $1 ਮਿਲੀਅਨ ਦਾ, 1.2 ਮਿਲੀਅਨ ਦਾ 12 ਲੱਖ ਦਾ ਉਹ ਵਿਕ ਗਿਆ। ਤੇ ਜਦੋਂ ਜਿਹੜੀ ਤੁਹਾਡੀ ਓਰੀਜਨਲ ਡਾਊਨ ਪੇਮੈਂਟ ਸੀਗੀ, ਤੇ ਉਹਦੇ ਵਿੱਚੋਂ ਕੰਪਨੀ ਕੀ ਕਰੂਗੀ, 1.5 ਲੱਖ ਤੇ ਉਹ ਲਊਗੀ ਜਿਹੜਾ ਉਹਨਾਂ ਨੇ ਦਿੱਤਾ, ਪਲੱਸ 75% ਉਹਦੀ ਐਪਰੀਸੀਏਸ਼ਨ ਦਾ। ਤੇ ਜਿਹੜਾ 75% ਹੁਣ 2 ਲੱਖ ਵਧਿਆ, 10 ਲੱਖ ਦਾ ਤੁਸੀਂ ਲਿਆ ਸੀ, 12 ਲੱਖ ਦਾ ਵੇਚਤਾ, 1.5 ਲੱਖ ਜਿਹੜਾ ਕੰਪਨੀ ਨੇ ਤੁਹਾਡੇ ਨਾਲ ਪਾਇਆ ਸੀ ਉਹ ਤੁਸੀਂ ਉਹਨਾਂ ਨੂੰ ਵਾਪਸ ਕਰਤਾ, ਪਲੱਸ ਜਿੰਨਾ ਉਹ ਮਹਿੰਗਾ ਹੋਇਆ ਜਿਹੜਾ ਉਹਦਾ ਪ੍ਰੋਫਿਟ ਸੀਗਾ ਉਹਦਾ 75%। ਸੋ 2 ਲੱਖ ਦਾ 75% ਮਤਲਬ 1.5 ਲੱਖ, ਤੇ ਟੋਟਲ ਜਿਹੜਾ ਤੁਹਾਨੂੰ $3 ਲੱਖ ਉਹਨਾਂ ਨੂੰ ਦੇਣਾ ਪਊਗਾ। ਸੋ ਜਿੰਨੀ ਐਪਰੀਸੀਏਸ਼ਨ ਹੁੰਦੀ, ਜਿੰਨਾ ਤੁਹਾਡਾ ਘਰ ਵੱਧਦਾ, ਉਹਦਾ 75% ਇਹਨਾਂ ਨੂੰ ਤੁਹਾਨੂੰ ਦੇਣਾ ਪਊਗਾ। ਤੇ ਤੁਸੀਂ ਘਰ ਲੈ ਲਿਆ, ਤੁਹਾਡਾ ਫਾਇਦਾ ਇਹ ਹੋ ਗਿਆ ਕਿ ਤੁਹਾਡੇ ਕੋਲੇ ਸਿਰਫ ਤੁਸੀਂ 50,000 ਪਾਇਆ ਤੇ 1.5 ਲੱਖ ਉਹ ਡਾਊਨ ਪੇਮੈਂਟ ਪਾ ਰਹੇ ਆ। ਤੇ ਪਰ ਜਿਹੜਾ ਉਹਨਾਂ ਨੂੰ ਫਾਇਦਾ ਇਹ ਹੋਇਆ ਕਿ ਜਦੋਂ ਘਰ, ਕਿਉਂਕਿ ਕੈਨੇਡਾ ਦੇ ਵਿੱਚ ਆਮ ਤੌਰ 'ਤੇ ਪਿਛਲੇ ਜਿੰਨਾ ਮਰਜ਼ੀ ਰੈਕਟ ਦੇਖ ਲਓ, ਇਹ ਉੱਪਰ ਨੂੰ ਹੀ ਜਾਂਦੇ, ਵੱਧਦੇ ਹੀ ਰਹਿੰਦੇ ਥੋੜ੍ਹੇ ਸਾਲਾਂ ਦੇ ਵਿੱਚ, ਤੇ ਜਿਹੜਾ ਉਹ ਵੱਧ ਗਿਆ ਘਰ, ਉਹਦੀ ਐਪਰੀਸੀਏਸ਼ਨ ਜਿਹੜੀ ਹੈ ਉਹਦੇ ਵਿੱਚੋਂ 75% ਉਹਨਾਂ ਨੂੰ ਜਿਹੜਾ ਉਹ ਮਿਲ ਗਿਆ। ਬਹੁਤ ਸਾਰੇ ਲੋਕ ਨੇ ਇੱਦਾਂ ਦੇ ਜਿਹੜੇ ਕਹਿੰਦੇ ਆ ਕਿ ਜਿਹੜੇ ਇਹ ਡੀਲ ਉਹਨਾਂ ਦੇ ਕੋਲ ਇਸ ਕਰਕੇ ਉਹ ਮਤਲਬ ਉਹਨਾਂ ਨੂੰ ਕਰਨੀ ਪੈਂਦੀ ਕਿਉਂਕਿ ਡਾਊਨ ਪੇਮੈਂਟ ਲਈ ਫੰਡ ਹੈ ਨਹੀਂ। ਤੇ ਉਹ ਜਿਹੜਾ ਦੂਜਾ ਹੈਗਾ ਕਿ ਜਿਹੜੀ ਡਾਊਨ ਪੇਮੈਂਟ ਇਹਨਾਂ ਨੇ ਦੇਣੀ ਆ 1.5 ਲੱਖ, ਉਹਦੇ ਤੇ ਤੁਸੀਂ ਵਿਆਜ ਨਹੀਂ ਦੇਣਾ। ਦੂਜਾ ਉਹ ਫਿਰ ਉਹ ਜ਼ਿਆਦਾ ਵੱਡੀ ਮੌਰਗੇਜ ਅਮਾਊਂਟ ਦੇ ਲਈ ਕੁਆਲੀਫਾਈ ਕਰਨ ਲੱਗ ਜਾਂਦੇ ਆ। ਹੁਣ ਕੰਪਨੀ ਜਿਹੜੀ ਆ ਉਹ ਕੋ-ਇਨਵੈਸਟ ਕਰ ਰਹੀ ਆ ਰੈਜ਼ੀਡੈਂਸ਼ੀਅਲ ਏਰੀਆ ਦੇ ਵਿੱਚ, ontario ਦੇ ਵਿੱਚ, ਤੇ ਉਹ ਉੱਥੇ ਹੀ ਇਨਵੈਸਟ ਕੰਪਨੀ ਆਮ ਤੌਰ 'ਤੇ ਕਰ ਰਹੀ ਆ ਜਿੱਥੇ ਉਹਨਾਂ ਨੂੰ ਲੱਗਦਾ ਆ ਕਿ ਜਿਹੜੀ ਜਿੱਥੇ ਉਹਦਾ ਫਾਇਦਾ ਜ਼ਿਆਦਾ ਹੋ ਰਿਹਾ ਹੈ। ਕੁਛ ਏਰੀਆ ਜਿਨ੍ਹਾਂ ਦੇ ਵਿੱਚ ਯਾਰਕ ਰੀਜਨ ਆ, ਟੋਰਾਂਟੋ ਆ, ਪੀਲ ਰੀਜਨ ਆ, ਲੰਡਨ ਆ, ਵਾਟਰਲੂ ਆ, ਹੈਮਿਲਟਨ ਆ, ਜਾਂ ਜਿਹੜੇ ਦੂਜੇ ਰੀਜਨ ਹੈਗੇ ਉਹਨਾਂ ਦੇ ਵਿੱਚ ਇਸ ਪ੍ਰੋਗਰਾਮ ਦੇ ਨਾਲ ਜਿਹੜੇ ਲੋਕ ਇੱਕ ਮਤਲਬ ਉਹਦੀ ਐਂਡਲੈਸ ਲੂਪ ਆਫ ਰੈਂਟਿੰਗ ਜਿਹਨੂੰ ਕਹਿੰਦੇ ਉਹਦੇ ਵਿੱਚ ਫਸ ਗਿਆ ਵੀ ਉਹ ਕਿਰਾਏ ਦਾ ਉਹ ਚੱਕਰ ਜਿਹੜਾ ਕਦੇ ਖਤਮ ਹੀ ਨਹੀਂ ਹੋ ਰਿਹਾ, ਉਹਦੇ ਵਿੱਚੋਂ ਨਿਕਲਣ ਦੇ ਲਈ ਇੱਕ ਤਰੀਕਾ ਹੈਗਾ। ਤੇ ਕਿਉਂਕਿ ਡਾਊਨ ਪੇਮੈਂਟ ਉਹਨਾਂ ਕੋਲ ਬਚਦੀ ਨਹੀਂ, ਘੱਟੋ ਘੱਟ ਇਸ ਕੰਪਨੀ ਦੇ ਨਾਲ ਤੁਸੀਂ ਮਾਰਕੀਟ ਦੇ ਅੰਦਰ ਵੜ ਜਾਂਦੇ ਹੋ ਤੇ ਤੁਸੀਂ ਰੈਂਟ ਦੇ ਵਿੱਚੋਂ ਨਿਕਲ ਜਾਂਦੇ ਹੋ, ਆਪਣੇ ਘਰ ਦਾ ਪੇ ਕਰਨ ਲੱਗ ਜਾਂਦੇ ਆ। ਤੇ ਦੂਜਾ ਹੈਗਾ ਕਿ ਜਿਹੜਾ ਤੁਹਾਨੂੰ ਫਿਰ ਜਿਹੜਾ ਘਰ ਤੇ ਰੈਂਟ ਪੇ ਕਰਨਾ ਉਹ ਸਾਰੇ ਕੁਝ ਤੋਂ ਬਚ ਕੇ ਜਿਹੜੀ ਹੁਣ ਕੋ-ਓਨਰਸ਼ਿਪ ਆ ਜਿਹੜੀ ਉਹਦੀ ਪਲਾਨ ਹੈਗੀ ਆ, ਉਹਦੇ ਦੂਜੇ ਇਸ਼ੂ ਵੀ ਹੈਗੇ ਆ ਜਿਹੜੇ ਤੁਹਾਨੂੰ ਦੇਖਣੇ ਪੈਣਗੇ। ਪਰ ਜੇ ਕੋਈ ਬੰਦਾ ਚਾਹੁੰਦਾ ਆ ਕਿ ਉਹਨੇ ਘਰ ਖਰੀਦਣਾ ਆ ਤੇ ਉਹਦੇ ਕੋਲੇ ਪੈਸਾ ਇੰਨਾ ਹੈ ਨਹੀਂ ਡਾਊਨ ਪੇਮੈਂਟ ਦੇ ਲਈ, ਉਹਦੇ ਲਈ ਇਹ ਬਹੁਤ ਵਧੀਆ ਇੱਕ ਆਪਸ਼ਨ ਆ, ਸ਼ਾਇਦ ਇਹ
ਬਾਕੀ ਥਾਵਾਂ ਦੇ ਉੱਤੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜ਼ਿਆਦਾ ਲਾਗੂ ਕੀਤੀ ਜਾਵੇ। ਅਗਲੀ ਗੱਲਬਾਤ ਦੋਸਤੋ, ਯੂਨੀਵਰਸਿਟੀ ਆਫ ਕੈਲਗਰੀ ਦੇ ਜਿਹੜੇ ਸਾਇੰਟਿਸਟ ਨੇ ਉਹ ਇੱਕ ਟੈਸਟ ਕਰ ਰਹੇ ਆ, ਜਿਹੜਾ ਵੀਰੇਬਲ ਪੈਚ ਜਿਹੜਾ ਤੁਹਾਡੇ ਸਟ੍ਰੈਸ ਨੂੰ ਡਿਟਰਮਨ ਕਰੂਗਾ ਤੁਹਾਡੇ ਪਸੀਨੇ ਤੋਂ। ਬੋਡੀ ਦੇ ਉੱਤੇ, ਤੁਹਾਡੇ ਮੱਥੇ ਦੇ ਉੱਤੇ ਜਾਂ ਕਿਤੇ ਉਹ ਲਾ ਦੇਣਾ ਜਿੱਥੇ ਤੁਹਾਨੂੰ ਪਸੀਨਾ ਆ ਰਿਹਾ, ਤੇ ਉਹ ਤੁਹਾਡਾ ਜਿਹੜਾ ਪਸੀਨਾ ਆ ਉਹਦੇ ਹਿਸਾਬ ਨਾਲ ਦੱਸ ਦੂਗਾ ਵੀ ਤੁਹਾਨੂੰ ਸਟ੍ਰੈਸ ਕਿੰਨੀ ਆ। ਇਹ ਪੈਚ ਜਿਹੜਾ ਆ ਇਹ ਦੱਸੂਗਾ ਕਿ ਜਿਹੜਾ ਕੋਰਟੀਸੋਲ ਆ ਤੁਹਾਡੇ ਪਸੀਨੇ ਦੇ ਵਿੱਚ ਕਿੰਨਾ ਆ। ਕੋਰਟੀਸੋਲ ਉਹ ਹਾਰਮੋਨ ਆ ਜਿਹੜਾ ਸਟ੍ਰੈਸ ਦੇ ਨਾਲ ਸੰਬੰਧ ਜਿਹਦਾ ਦੱਸਿਆ ਜਾਂਦਾ। ਤੁਹਾਡੇ ਕੋਲ ਜਦੋਂ ਤੁਸੀਂ ਸਟ੍ਰੈਸ ਹੁੰਦੀ ਆ ਤੁਹਾਡੇ ਦਿਲ ਦੀ ਧੜਕਣ ਵਧੀ ਹੁੰਦੀ ਆ, ਤੁਹਾਡੀ ਜਿਹੜੀ ਆ ਸਵੈਟਿੰਗ ਵੱਧ ਜਾਂਦੀ ਆ, ਉਦੋਂ ਤੁਹਾਡੇ ਬਲੱਡ ਵੈਸਲ ਜਿਹੜੇ ਆ ਕੰਸਟ੍ਰਿਕਟ ਕਰ ਜਾਂਦੇ ਆ ਉਸ ਵੇਲੇ। ਇਸੇ ਤਰ੍ਹਾਂ ਹੀ ਤੁਹਾਨੂੰ ਉਹ ਇਸ ਹਾਲਤ ਦੇ ਵਿੱਚ ਜਿਹੜਾ ਉਹ ਹਾਰਮੋਨ ਆ ਕੋਰਟੀਸੋਲ ਉਹ ਰਿਲੀਜ਼ ਹੋਣਾ ਸ਼ੁਰੂ ਹੋ ਜਾਂਦਾ, ਤੇ ਉਹ ਅਸਲ ਦੇ ਵਿੱਚ ਉਹਨੂੰ ਫਾਈਟ ਕਰਨ ਦੇ ਲਈ ਤੁਹਾਡੇ ਅੰਦਰੋਂ ਰਿਲੀਜ਼ ਹੁੰਦਾ ਆ। ਤੇ ਸਬੰਧ ਇਹਦਾ ਸਿੱਧਾ ਹੀ ਆ ਵੀ ਇਹ ਫਿਰ ਪਸੀਨੇ ਦੇ ਵਿੱਚ ਕੋਰਟੀਸੋਲ ਦੇਖ ਕੇ ਦੱਸ ਦੇਣਗੇ ਵੀ ਤੁਹਾਡਾ ਸਟ੍ਰੈਸ ਦਾ ਲੈਵਲ ਕੀ ਹੈ। ਜਿੱਦਾਂ ਆਪਾਂ ਬਲੱਡ ਪ੍ਰੈਸ਼ਰ ਮੈਜਰ ਕਰਦੇ ਹਾਂ ਕਿ ਇੱਕ ਲੈਵਲ ਹੁੰਦਾ ਬਲੱਡ ਪ੍ਰੈਸ਼ਰ ਦਾ ਵੀ ਇੱਥੇ ਤੱਕ ਹੁਣ ਭਾਈ ਬਲੱਡ ਪ੍ਰੈਸ਼ਰ ਹੈਗਾ ਆ, ਤੇ ਇਹ ਤੋਂ ਬਾਅਦ ਤੁਹਾਨੂੰ ਗੋਲੀ ਲੈਣੀ ਪਊਗੀ। ਹੋ ਸਕਦਾ ਜੇ ਸਟ੍ਰੈਸ ਮਿਲਣ ਵਾਲਾ ਯੰਤਰ ਇਹਨਾਂ ਦਾ ਕਾਮਯਾਬ ਹੋ ਗਿਆ ਤੇ ਉਹਦੇ ਤੋਂ ਬਾਅਦ ਫਿਰ ਬੰਦੇ ਨੂੰ ਇਹ ਵੀ ਪਤਾ ਲੱਗ ਜੂ ਕਿ ਮੈਨੂੰ ਇਸ ਵੇਲੇ ਸਟ੍ਰੈਸ ਇੰਨੀ ਆ ਤੇ ਮੈਂ ਇਹਨੂੰ ਕਿਸ ਤਰੀਕੇ ਦੇ ਨਾਲ ਡੀਲ ਕਰਨਾ ਆ, ਤਾਂ ਕਿ ਜਿਹੜੀ ਉਹਦੀ ਅੱਗਿਓਂ ਜਿਹੜੇ ਉਹਦੇ ਕੌਨਸੀਕੁਐਂਸਿਸ ਨੇ ਉਹਦੇ ਤੋਂ ਬਚਿਆ ਜਾ ਸਕੇ। ਸੋ ਜਿਹੜਾ ਇਹ ਵੀਰੇਬਲ ਪੈਚ ਦੱਸਿਆ ਜਾ ਰਿਹਾ ਕਿ ਨਾਨ ਇਨਵੇਸਿਵ ਹੈਗਾ ਇੱਕ, ਤੇ ਤੁਹਾਨੂੰ ਕੋਰਟੀਸੋਲ ਦਾ ਸੈਂਪਲ ਕਲੈਕਟ ਕੀਤਾ ਜਾ ਸਕਦਾ ਹੈ। ਕਈ ਟੈਸਟ ਜਿਹੜੇ ਆ ਕੋਰਟੀਸੋਲ ਰਿਸਰਚ ਯੂਜ਼ਲੀ ਬਲੱਡ ਬੇਸਡ ਕਰਦੇ ਆ। ਇਹ ਕਹਿੰਦੇ ਹੁਣ ਬਲੱਡ ਤੇ ਬੰਦੇ ਦੇ ਸੂਈ ਮਾਰ ਕੇ ਪਹਿਲਾਂ ਅੰਦਰੋਂ ਕੱਢਣਾ ਪਊਗਾ, ਸਟ੍ਰੈਸ ਤੁਹਾਨੂੰ ਹੋ ਸਕਦਾ ਕਿੰਨੀ ਵਾਰੀ ਚੈੱਕ ਕਰਨੀ ਹੈ। ਇਸ ਤਰੀਕੇ ਦੇ ਨਾਲ ਸਟ੍ਰੈਸ ਚੈੱਕ ਕਰਨੀ ਕਿ ਤੁਹਾਡਾ ਬਲੱਡ ਵੀ ਨਾ ਲੈਣਾ ਪਵੇ, ਤੇ ਕਿਉਂਕਿ ਬੋਡੀ ਤੁਹਾਡੀ ਆਲ ਓਵਰ ਹੀ ਜਿਹੜੀ ਇਹ ਬਣਾਉਂਦੀ ਆ, ਜਿਹੜਾ ਸਵੈਟਿੰਗ ਆ ਤੁਹਾਨੂੰ ਪਸੀਨਾ ਆ ਸਾਰੇ ਬੋਡੀ ਦੇ ਵਿੱਚ ਹੀ ਆਉਂਦਾ ਆ। ਤੇ ਜਿਹੜਾ ਇਨਵੈਸਟੀਗੇਸ਼ਨ ਦਾ ਜਿਹੜਾ ਪ੍ਰੋਜੈਕਟ ਹੈਗਾ ਆ ਕਿ ਤੁਹਾਡੇ ਇਹ ਮੱਥੇ ਦੇ ਉੱਤੋਂ ਇਸ ਵੇਲੇ ਲਿਆ ਜਾ ਰਿਹਾ, ਫੋਰਹੈੱਡ ਦੇ ਉੱਤੇ ਲਾ ਕੇ ਤੇ ਉੱਥੋਂ ਪਸੀਨਾ ਲੈ ਕੇ ਉਹਦੇ ਵਿੱਚੋਂ ਇਸ ਕੈਮੀਕਲ ਦੀ ਜਿਹੜੀ ਗਿਣਤੀ ਆ ਉਹ ਕਰ ਲਈ ਜਾਊਗੀ, ਤੇ ਉਹਦੇ ਤੋਂ ਬਾਅਦ ਤੁਹਾਨੂੰ ਦੱਸ ਦਿੱਤਾ ਜਾਊਗਾ ਕਿ ਤੁਹਾਨੂੰ ਇੰਨੀ ਸਟ੍ਰੈਸ ਆ, ਤੇ ਫਿਰ ਉਹਦੇ ਨਾਲ ਅੱਗੇ ਬਚਾਅ ਹੋ ਸਕਦਾ ਆ। ਇਹ ਇੱਕ ਕਾਫੀ ਮਤਲਬ ਇੱਕ ਹੈਰਾਨੀ ਵਾਲੀ ਗੱਲ ਵੀ ਆ। ਦੂਜਾ ਇਹ ਸਾਇੰਟਿਸਟ ਇਹਦੇ ਉੱਤੇ ਕੰਮ ਵੀ ਕਰ ਰਹੇ ਆ, ਤੇ ਦੂਜਾ ਇਹਦਾ ਫਾਇਦਾ ਵੀ ਬਹੁਤ ਆ ਕਿ ਤੁਸੀਂ ਇਹਦੇ ਵਿੱਚੋਂ ਤੁਹਾਨੂੰ ਆਪਣੇ ਬਾਰੇ ਕਾਫੀ ਜ਼ਿਆਦਾ ਪਤਾ ਲੱਗਦਾ ਰਹੂਗਾ। ਅਗਲੀ ਗੱਲਬਾਤ ਦੋਸਤੋ ਕਰਨੀ ਆ ਫਲੇਅਰ 에ਅਰਲਾਈਨ ਦੀ। ਫਲੇਅਰ 에ਅਰਲਾਈਨ ਨੇ ਹੁਣ ਮੁਆਫੀ ਮੰਗੀ ਆ। ਜਦੋਂ ਇਹਨਾਂ ਦਾ ਇਹ ਸਾਰਾ ਇਨਸੀਡੈਂਟ ਵਾਪਰਿਆ 4 ਜਹਾਜ਼ ਇਹਨਾਂ ਦੇ ਸੀਜ਼ ਕਰ ਲਏ 에ਅਰਲਾਈਨਸ ਨੇ, ਕਿਉਂਕਿ ਜਿਹੜੀ ਉਹਨਾਂ ਦੀ ਗੱਲਬਾਤ ਸੀ ਉਹਨਾਂ ਦੀ ਜਿਹੜੀ ਲੀਜ਼ ਦੀ ਸੀਗੀ, ਉਹਨਾਂ ਦੇ ਨਾਲ ਰੌਲਾ ਰੱਪਾ ਚੱਲ ਰਿਹਾ ਸੀ। ਸਟੀਫਨ ਜੋਨਸ ਜਿਹੜੇ CEO ਨੇ ਐਡਮਿੰਟਨ ਵੇਸਟ ਇਸ ਬਹੁਤ ਸਸਤੀ ਜੀ 에ਅਰਲਾਈਨ ਦੇ, ਜਿਹੜੀ ਬਹੁਤ ਡਿਸਕਾਊਂਟਡ ਮਤਲਬ 에ਅਰਲਾਈਨ ਕਿਹਾ ਜਾਂਦਾ ਹੈ ਇਹਨੂੰ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਕੱਲ੍ਹ ਮੰਗਲਵਾਰ, ਤੇ ਉਹਦੇ ਵਿੱਚ 3 ਦਿਨ ਤੋਂ ਬਾਅਦ ਜਦੋਂ ਇਹਨਾਂ ਦੇ 4 ਜਿਹੜੇ ਜਹਾਜ਼ ਸੀ ਉਹ ਜਿਹੜੀ ਲੀਜ਼ ਕੀਤੀ ਕੰਪਨੀ ਸੀ ਉਹ ਲੈ ਗਈ ਸੀ। ਇੱਕ 에ਅਰਪੋਰਟ ਟੋਰਾਂਟੋ ਤੋਂ ਲਿਆ ਸੀ, ਇੱਕ ਜਹਾਜ਼ ਇਹਨਾਂ ਦਾ ਐਡਮਿੰਟਨ ਤੋਂ ਕਾਬੂ ਕੀਤਾ ਸੀ, ਇੱਕ ਵਾਟਰਲੂ ਤੋਂ ਜਿਹੜਾ ਹੈਗਾ ਜਹਾਜ਼ ਕਾਬੂ ਕੀਤੇ ਗਏ ਸੀ, ਤੇ ਜਿਹਦੇ ਤੋਂ ਬਾਅਦ ਇਹ ਰੌਲਾ ਰੱਪਾ ਪਿਆ ਸੀ। ਜਿਹੜੀ ਫਲੇਅਰ ਆ ਉਹਨਾਂ ਨੇ ਕਹਿੰਦੇ $1 ਮਿਲੀਅਨ ਦੇਣਾ ਇਸ ਕੰਪਨੀ ਦਾ। ਹੁਣ ਇਹਨਾਂ ਨੇ $1 ਮਿਲੀਅਨ ਨਹੀਂ ਦਿੱਤਾ, ਉਹ ਇਹਨਾਂ ਦੇ ਜਹਾਜ਼ ਲੈ ਗਏ। ਇਹ ਹੁਣ ਸੁਣਿਆ ਪਹਿਲੀ ਵਾਰੀ ਆ, ਕਦੇ ਹੋਇਆ ਨਹੀਂ ਇੱਦਾਂ ਵੀ ਕੋਈ ਲੀਜ਼ ਨਾ ਦਿੱਤੀ ਹੋਵੇ ਤੇ ਜਹਾਜ਼ ਲੈ ਜਾਣ। ਕੰਪਨੀ ਵਾਲੇ ਕਹਿੰਦੇ ਕਿ $1 ਮਿਲੀਅਨ ਬਹੁਤ ਹੁੰਦਾ ਆ, ਇੱਕ ਵੱਡੀ ਰਕਮ ਆ, ਪਰ ਸਾਡੀ ਉਹ ਕਹਿੰਦੇ ਅੱਧੇ ਦਿਨ ਦੀ ਕੋਈ ਸੇਲ ਵੀ ਨਹੀਂ ਆ ਇਹ, ਵੀ ਸਾਡੇ ਲਈ ਕੋਈ ਵੱਡੀ ਚੀਜ਼ ਹੀ ਨਹੀਂ ਆ ਇਹ ਕਿ ਦੇਣਾ ਅੱਧੇ ਦਿਨ ਦੀ ਸਾਡੀ ਕਮਾਈ ਆ ਇਹ ਜਿਹੜੀ $1 ਮਿਲੀਅਨ, ਤੇ ਅਸੀਂ ਇਹ ਦੇ ਸਕਦੇ ਹਾਂ। ਸਾਡਾ ਕਹਿੰਦੇ ਰੌਲਾ ਇਹ ਨਹੀਂ ਆ, ਪਰ ਕਮਿਊਨੀਕੇਸ਼ਨ ਉਹ ਕਹਿੰਦੇ ਸਾਡੀ ਉਹਨਾਂ ਦੇ ਨਾਲ ਚੱਲ ਰਹੀ ਆ, ਤੇ ਜਿਹੜਾ ਇਹਨੂੰ ਹੁਣ ਇਹਦੇ ਤੋਂ ਬਾਅਦ ਫਿਰ ਫੈਸਲਾ ਹੋਊਗਾ, ਤੇ ਜਿਹੜੀਆਂ ਇਹ ਫਲਾਈਟਾਂ ਉਹ ਫਿਰ ਠੀਕ ਠਾਕ ਚੱਲਣ ਲੱਗ ਜਾਣਗੀਆਂ। ਤੇ ਦੂਜਾ ਇਹ ਵੀ ਉਹਨਾਂ ਨੇ ਕਿਹਾ ਕਿ ਇਹ ਬੜਾ ਅਨਯੂਜ਼ੂਅਲ ਆ ਕਿ ਤੁਸੀਂ ਜਿਹੜੀ ਇਸ ਤਰੀਕੇ ਦੇ ਨਾਲ ਤੁਸੀਂ ਜਹਾਜ਼ ਲੈ ਜਾਣੇ, ਪਰ ਇਸ ਗੱਲ ਦੇ ਉੱਤੇ ਹੁਣ ਉਹਨਾਂ ਨੇ ਮਾਫੀ ਵੀ ਮੰਗੀ ਹੈ, ਤੇ ਇਹ ਵੀ ਕਿਹਾ ਕਿ ਜਿਹਨਾਂ ਲੋਕਾਂ ਦਾ ਨੁਕਸਾਨ ਹੋਇਆ ਉਹਨਾਂ ਦੇ ਲਈ ਵੀ ਉਹਨਾਂ ਨੇ ਜਿਹੜੇ ਪਲਾਨ ਆ ਉਹ ਦੱਸੇ ਆ। ਸੋ ਵੈਸਟਜੈਟ ਕੰਪਨੀ ਆਖਰਕਾਰ ਸਾਹਮਣੇ ਆਈ ਹੈ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਲੋਕਾਂ ਤੋਂ ਮੁਆਫੀ ਮੰਗੀ ਆ। 1900 ਦੇ ਕਰੀਬ ਪੈਸੰਜਰ ਸੀਗੇ ਜਿਨ੍ਹਾਂ ਦੇ ਉੱਤੇ ਇਹਦਾ ਅਸਰ ਪਿਆ ਆ। 12 ਫਲਾਈਟਾਂ ਇਹਨਾਂ ਜਹਾਜ਼ਾਂ ਦੇ ਫੜ ਹੋਣ ਦੇ ਨਾਲ ਕੈਂਸਲ ਹੋਈਆਂ ਸੀ। 4 ਫਲਾਈਟਾਂ ਜਿਹੜੀਆਂ ਉਹ ਆਊਟ ਆਫ ਐਡਮਿੰਟਨ ਸੀਗੀਆਂ, ਜਿਹਦੇ ਵਿੱਚ 532 ਪੈਸੰਜਰ ਸੀਗੇ, ਉਹਨਾਂ ਦੇ ਉੱਤੇ ਅਸਰ ਪਿਆ ਆ। ਇਹ ਹੁਣ ਉਹਨਾਂ ਨੂੰ ਕਹਿ ਰਹੇ ਆ ਕਿ ਇਹਨਾਂ ਨੂੰ ਰੀਬੁੱਕ ਕੀਤਾ ਜਾ ਸਕੇ ਨਵੀਆਂ ਫਲਾਈਟਾਂ ਦੇ ਵਿੱਚ।
ਫਲੇਅਰ ਦੇ ਉੱਤੇ ਤੇ ਜਾਂ ਉਹਨਾਂ ਨੂੰ $500 ਦਿੱਤਾ ਜਾ ਰਿਹਾ ਕਿ ਤੁਸੀਂ ਹੋਰ ਫਲਾਈਟ ਬੁੱਕ ਕਰ ਲਓ। ਇਹ ਜਿਹੜੀਆਂ ਫਲਾਈਟਸ ਨੇ ਫਲੇਅਰ ਕਾਫੀ ਸਸਤੀਆਂ ਫਲਾਈਟਸ ਨੇ, ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਤੱਕ ਮਤਲਬ ਕਾਫੀ ਜ਼ਿਆਦਾ ਮਤਲਬ ਜਿਹਨੂੰ ਕਹਿੰਦੇ ਆ ਕਿ ਸਸਤੀ ਹੁੰਦੀ ਆ। ਵੀ ਤੁਸੀਂ ਕੈਲਗਰੀ ਜਾਣਾ ਆ ਇੱਥੋਂ ਐਬਸਫੋਰਡ ਤੋਂ ਤਾਂ $20 ਦੇ ਵਿੱਚ ਵੀ ਇਹ ਚਲੀ ਜਾਂਦੀ ਆ। 2004 ਦੇ ਵਿੱਚ ਇਹਨਾਂ ਨੇ ਜਿਹੜੀ ਆਪਣੀ ਲਾਂਚ ਕੀਤੀ ਸੀਗੀ ਤੇ ਰੈਗੂਲਰਲੀ ਇਹਨਾਂ ਨੇ 2018 ਤੋਂ ਇਹ ਆਪਣੀਆਂ ਸਰਵਿਸ ਸ਼ੁਰੂ ਕੀਤੀਆਂ। ਇਹਨਾਂ ਨੇ ਬਹੁਤ ਸਾਰੀਆਂ ਅਨਾਊਂਸਮੈਂਟ ਕੀਤੀਆਂ ਸੀ ਕਿ ਫਲੀਟ ਇਹਨਾਂ ਦੀ ਐਕਸਪੈਂਸ਼ਨ ਹੋਊਗੀ ਆਉਣ ਵਾਲੇ ਸਾਲਾਂ ਦੇ ਵਿੱਚ। ਇੱਥੇ ਜਿਹੜੀ ਕੈਨੇਡਾ ਦੀ ਇਹ ਕਹਿ ਲਓ ਕਿ 3rd ਲਾਰਜੈਸਟ ਡੋਮੈਸਟਿਕ ਏਅਰਲਾਈਨ ਆ। 2022 ਦੇ ਵਿੱਚ ਫਲੇਅਰ ਨੇ ਇਹਦੀ ਇਨਵੈਸਟੀਗੇਸ਼ਨ ਹੋਈ ਸੀ ਕੈਨੇਡੀਅਨ ਟਰਾਂਸਪੋਰਟੇਸ਼ਨ ਏਜੰਸੀ ਦੁਆਰਾ, ਕਿਉਂਕਿ ਕੰਸਰਨ ਇਹਨਾਂ ਦਾ ਸੀਗਾ ਕਿ ਕੰਪਨੀ ਮੈਜੋਰਿਟੀ ਇਹਦੀ ਮਤਲਬ ਕੰਪਨੀ ਅਮਰੀਕਾ ਦੀ ਹੈ ਅਤੇ ਉਹ ਕਹਿੰਦੇ ਸੀ ਇਹਦੀ ਓਨਰਸ਼ਿਪ ਬਹੁਤੀ ਕੈਨੇਡੀਅਨ ਨਹੀਂ ਹੈ। ਅਤੇ ਉਸ ਗੱਲਬਾਤ ਦੇ ਉੱਤੇ ਵੀ ਇਹਨਾਂ ਦਾ ਰੌਲਾ ਰੱਪਾ ਪਿਆ ਸੀ। ਪਰ ਹੁਣ ਲੱਗਦਾ ਹੈ ਕਿ ਇਹ ਸਮੱਸਿਆ ਹੱਲ ਹੋ ਜੂਗੀ ਅਤੇ ਜਿਹੜੇ ਫਲੇਅਰ ਦੇ ਕਸਟਮਰ ਨੇ ਉਹਨਾਂ ਨੂੰ ਸੁੱਖ ਦਾ ਸਾਹ ਆਊਗਾ। ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਦੇ ਦੂਜੇ ਹਿੱਸੇ ਵਿੱਚ ਇੱਕ ਵਾਰੀ ਫਿਰ ਤੋਂ ਸਵਾਗਤ। ਦੋਸਤੋ, ਅੱਜ ਆਪਾਂ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਸੀ, ਗੱਲਬਾਤ ਕਰਨੀ ਆ ਮੋਹਨ ਗਿੱਲ ਹੋਣਾ ਦੇ ਨਾਲ। ਮੋਹਨ ਗਿੱਲ ਹੋਣਾ ਦੀ ਨਵੀਂ ਕਿਤਾਬ ਪਵਨ ਆਈ ਆ। ਇਹਦੇ ਵਿੱਚ ਹਾਈਕੂ ਨੇ। ਇਸ ਕਿਤਾਬ ਦੇ ਉੱਤੇ ਪ੍ਰੋਗਰਾਮ ਹੋ ਰਿਹਾ ਸਰੀ ਦੇ ਵਿੱਚ। ਆਪਾਂ ਉਸ ਪ੍ਰੋਗਰਾਮ ਬਾਰੇ, ਇਸ ਕਿਤਾਬ ਬਾਰੇ ਅਤੇ ਇੱਥੋਂ ਦੀਆਂ ਹੋਰ ਗੱਲਾਂ ਬਾਤਾਂ ਉਹਨਾਂ ਦੇ ਨਾਲ ਖਾਸ ਤੌਰ 'ਤੇ ਕਰਨੀਆਂ ਆ। ਮੋਹਨ ਗਿੱਲ ਹੋਣਾ ਦੀ ਕਿਤਾਬ ਪਵਨ ਆਈ ਆ, ਉਹਦੇ ਉੱਤੇ ਪ੍ਰੋਗਰਾਮ ਹੋ ਰਿਹਾ, ਉਹਦੇ ਬਾਰੇ ਆਪਾਂ ਉਹਨਾਂ ਤੋਂ ਜਾਣਕਾਰੀ ਲੈਂਦੇ ਹਾਂ। ਗਿੱਲ ਸਾਹਿਬ, ਥੋੜ੍ਹਾ ਜਿਹਾ ਦੱਸਿਓ ਪਹਿਲਾਂ ਤਾਂ ਪ੍ਰੋਗਰਾਮ ਕਦੋਂ ਹੋ ਰਿਹਾ, ਕਿੱਥੇ ਹੋ ਰਿਹਾ ਅਤੇ ਕੀ ਵੇਰਵਾ ਜੀ? ਇਹ ਪ੍ਰੋਗਰਾਮ ਆਪਣੇ ਸਰੀ ਸ਼ਹਿਰ ਦੇ ਵਿੱਚ ਜਰਨੈਲ ਆਰਟਸ ਗੈਲਰੀ ਅਤੇ ਗੁਰਦੀਪ ਆਰਟਸ ਕਲੱਬ ਜਿਹੜਾ ਹੈਗਾ ਦਸ਼ਮੇਸ਼ ਦਰਬਾਰ ਦੇ ਨਾਲ, ਉਸ ਜਗ੍ਹਾ ਦੇ ਉੱਤੇ ਐਤਵਾਰ 19 ਮਾਰਚ ਨੂੰ ਦੁਪਹਿਰੇ 1 ਵਜੇ ਪ੍ਰੋਗਰਾਮ ਆਪਣਾ ਸ਼ੁਰੂ ਹੋਊਗਾ ਅਤੇ ਤਕਰੀਬਨ 2 ਘੰਟੇ ਦਾ ਪ੍ਰੋਗਰਾਮ ਹੋਊ, ਜਿਹਦੇ ਵਿੱਚ ਜਿਹੜੇ ਕੁਛ ਵਿਦਵਾਨ ਇਸ ਪੁਸਤਕ ਬਾਰੇ ਜਿਹੜਾ ਕ੍ਰਿਟੀਕਲ ਰਿਵਿਊ ਉਹ ਸਾਡੇ ਨਾਲ ਸਾਂਝਾ ਕਰਨਗੇ ਅਤੇ ਕੁਛ ਕੁ ਹੋਰ ਜਿਹੜੇ ਆਏ ਮਹਿਮਾਨ ਹੋਣਗੇ ਜਿਨ੍ਹਾਂ ਨੇ ਕਿਤਾਬ ਪੜ੍ਹੀ ਹੋਈ, ਉਹ ਕਿਤਾਬ ਬਾਰੇ ਆਪਣਾ ਪ੍ਰਤੀਕਰਮ ਦੇਣਗੇ ਅਤੇ ਨਾਲ ਇਹ ਆਪਾਂ ਇਸ ਪੁਸਤਕ ਨੂੰ ਰਿਲੀਜ਼ ਕਰਾਂਗੇ। ਇਹ ਤੁਹਾਡੀ ਪਹਿਲੀ ਪੁਸਤਕ ਹਾਈਕੂ ਦੇ ਉੱਤੇ ਜਾਂ ਪਹਿਲਾਂ ਵੀ ਇਸ ਵਿਧਾ ਦੇ ਉੱਤੇ ਕਿਤਾਬਾਂ ਹੈਗੀਆਂ ਜੀ? ਹਾਂਜੀ, ਮੇਰੀ ਇਸ ਤੋਂ ਪਹਿਲਾਂ ਜਿਹੜੀ ਨਰੋਲ ਹਾਈਕੂ ਦੀ ਪੁਸਤਕ ਆਈ ਸੀ ਤਰੇਲ ਤੁਪਕੇ, ਅਤੇ ਉਹ ਪੁਸਤਕ ਨੂੰ ਸਾਹਿਤ ਜਗਤ ਦੇ ਵਿੱਚ ਕਾਫੀ ਚੰਗਾ ਹੁੰਗਾਰਾ ਮਿਲਿਆ। ਅਤੇ ਉਹ ਕਿਉਂਕਿ ਪੰਜਾਬੀ ਦੇ ਵਿੱਚ ਜਿਹੜੀਆਂ 1-2 ਪਹਿਲੀਆਂ ਹਾਈਕੂ ਦੀਆਂ ਪੁਸਤਕਾਂ ਸੀ, ਉਹਨਾਂ ਦੇ ਵਿੱਚੋਂ ਇੱਕ ਸੀਗੀ। ਅਤੇ ਇਸ ਤੋਂ ਪਹਿਲਾਂ ਪੰਜਾਬੀ ਦੇ ਵਿੱਚ ਹਾਈਕੂ ਦੀ ਨਿਰੋਲ ਕੋਈ ਪੁਸਤਕ ਨਹੀਂ ਸੀ। ਪਰਮਿੰਦਰ ਸੋਢੀ ਹੋਰਾਂ ਨੇ, ਜਿਹੜੇ ਕਿ ਜਾਪਾਨ ਰਹਿੰਦੇ ਨੇ, ਉਹਨਾਂ ਨੇ ਇਸ ਵਿਧਾ ਨੂੰ ਪੰਜਾਬੀ ਦੇ ਵਿੱਚ ਇੰਟਰੋਡਿਊਸ ਕੀਤਾ ਸੀਗਾ। ਅਤੇ ਉਸ ਤੋਂ ਬਾਅਦ ਦੇ ਵਿੱਚ, ਇਸ ਤੋਂ ਪਹਿਲਾਂ ਵੈਸੇ ਤਾਂ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਨੇ ਆਪਣੇ ਪੁਸਤਕ ਦੇ ਵਿੱਚ ਹਾਈਕੂ ਦਾ ਜ਼ਿਕਰ ਕੀਤਾ ਹੋਇਆ। ਅਤੇ ਇੰਗਲਿਸ਼, ਫਰਾਂਸ, ਰਸ਼ੀਅਨ, ਇਹ ਜਿਹੜੀਆਂ ਭਾਸ਼ਾਵਾਂ ਨੇ, ਇਹਨਾਂ ਦੀਆਂ ਆਪਣੀਆਂ ਭਾਸ਼ਾਵਾਂ ਦੇ ਵਿੱਚ ਹਾਈਕੂ ਬਹੁਤ ਪਹਿਲਾਂ ਦਾ ਲਿਖਿਆ ਗਿਆ ਹੋਇਆ। ਜਾਪਾਨ ਦੇ ਵਿੱਚ ਜਿਹੜਾ ਹਾਈਕੂ ਅਸਲ ਦੇ ਵਿੱਚ ਕਿਸੇ ਨਾ ਕਿਸੇ ਰੂਪ 'ਚ 15ਵੀਂ ਸਦੀ ਦੇ ਵਿੱਚ ਲਿਖਣਾ ਸ਼ੁਰੂ ਹੋਇਆ। ਇਹਦਾ ਰੂਪ ਹੋਰ ਸੀ। 16ਵੀਂ ਸਦੀ ਦੇ ਵਿੱਚ ਬਾਸੋ, ਉਹਨਾਂ ਨੇ ਜਦੋਂ ਇਹਨੂੰ, ਬਾਸੋ ਨੂੰ ਇਹਦਾ ਮਤਲਬ ਮੇਨ ਮੰਨਿਆ ਜਾਂਦਾ, ਜਿਹੜਾ ਸਭ ਤੋਂ ਪਹਿਲਾ ਲੇਖਕ, ਉਸ ਸਮੇਂ ਦੇ ਵਿੱਚ ਇੱਕ ਲੰਬੀ ਰਚਨਾ ਲਿਖਦੇ ਸੀਗੇ ਜਿਹਦੇ 100 ਮਤਲਬ ਅੰਤਰੇ ਹੁੰਦੇ ਸੀ। ਅਤੇ ਜਦੋਂ ਉਹਦਾ ਜਿਹੜਾ ਪਹਿਲਾ ਅੰਤਰਾ ਸੀ, ਉਹਨੂੰ ਹੋਕੂ ਬੋਲਦੇ ਸੀਗੇ। ਅਤੇ ਇਹ ਆਜ਼ਾਦ ਦੇ ਤੌਰ 'ਤੇ ਕਈ ਵਾਰ ਉਹਨਾਂ ਨੇ ਜਿਹੜਾ ਪਹਿਲਾਂ ਉਹ ਹੋਕੂ ਹੁੰਦਾ ਸੀ ਉਹਨੂੰ ਬੋਲਣਾ, ਤਾਂ ਉਸ ਤੋਂ ਜਿਹੜਾ ਇਹ ਹਾਈਕੂ ਨਿਕਲ ਕੇ ਐਸਾ ਆ ਗਿਆ ਵੀ ਇੱਕ ਵਿਧਾ ਹੀ ਬਣ ਗਿਆ ਆਪਣੇ ਆਪ ਦੇ ਵਿੱਚ। ਸੋ ਉਹ ਮੈਂ ਇੰਗਲਿਸ਼ ਦੇ ਵਿੱਚ ਅਤੇ ਹੋਰ ਭਾਸ਼ਾਵਾਂ ਤੋਂ ਅਨੁਵਾਦ ਹੋਏ ਇੰਗਲਿਸ਼ ਦੇ ਵਿੱਚ ਪਹਿਲਾਂ ਹਾਈਕੂ ਪੜ੍ਹੇ ਹੋਏ ਸੀਗੇ। ਅਤੇ ਹਾਈਕੂ ਬਾਰੇ ਪਰਮਿੰਦਰ ਸੋਢੀ ਦੀ ਜਦੋਂ ਕਿਤਾਬ ਆਈ ਤਾਂ ਉਸ ਤੋਂ ਬਾਅਦ ਪ੍ਰਭਾਵਿਤ ਹੋ ਕੇ ਉਹ ਇੱਕਦਮ ਫਿਰ ਕਾਫੀ ਹਾਈਕੂ ਲਿਖੇ। ਅਤੇ ਉਹ ਜਿਹੜੀ ਪਹਿਲੀ ਕਿਤਾਬ ਆ ਜਿਹੜੀ ਮੇਰੀ ਤਰੇਲ ਤੁਪਕੇ, ਉਹ ਕਿਉਂਕਿ ਉਸ ਸਮੇਂ ਪੰਜਾਬੀ ਦੇ ਵਿੱਚ ਹਾਈਕੂ ਨਹੀਂ ਲਿਖਿਆ ਗਿਆ ਸੀਗਾ। ਮੈਂ ਇਹ ਚਾਹੁੰਦਾ ਸੀ ਵੀ ਜਿਹੜਾ ਵਿਅਕਤੀ ਇਸ ਨੂੰ ਕਿਤਾਬ ਨੂੰ ਪੜ੍ਹੂ, ਉਹਨੂੰ ਐਟਲੀਸਟ ਥੋੜ੍ਹਾ ਜਿਹਾ ਇਹਦੇ ਇਤਿਹਾਸ ਬਾਰੇ, ਇਹਦੀ ਬਣਤਰ ਬਾਰੇ ਪਤਾ ਹੋਣਾ ਚਾਹੀਦਾ। ਸੋ ਤਰੇਲ ਤੁਪਕੇ ਦੇ ਵਿੱਚ ਮੈਂ ਇੱਕ 9-10 ਪੇਜ ਦਾ ਮੂਹਰੇ ਇੱਕ ਆਰਟੀਕਲ ਲਿਖਿਆ ਸੀ, ਜਿਹਦੇ ਵਿੱਚ ਮੈਂ ਇਹਦੀ ਜਿਹੜੀ ਹਾਈਕੂ ਦਾ ਇਤਿਹਾਸ
ਤੇ ਇਸ ਤੋਂ ਬਿਨਾਂ ਇਹਦੀ ਹੋਰ ਭਾਸ਼ਾਵਾਂ ਦੇ ਵਿੱਚ ਕਿਸ ਤਰ੍ਹਾਂ ਇਹਨੂੰ ਲਿਆ ਜਾਂਦਾ ਹੈਗਾ, ਕਿਹੜੇ ਲੋਕ ਕਿਸ ਤਰ੍ਹਾਂ ਖੁੱਲ੍ਹਾਂ ਲੈ ਰਹੇ ਨੇ, ਕਿਸ ਤਰ੍ਹਾਂ ਕਿਉਂਕਿ ਇੱਕ ਜਿਹੜੀ ਵੀ ਕੋਈ ਵੀ ਵਿਧਾ ਹੈਗੀ ਆ, ਜਦੋਂ ਇੱਕ ਭਾਸ਼ਾ 'ਚੋਂ ਦੂਜੀ ਭਾਸ਼ਾ 'ਚ ਆਉਂਦੀ ਆ ਤਾਂ ਉਹ ਆਪਣਾ ਰੂਪ ਰੰਗ ਰੂਪ ਬਦਲਦੀ ਆ, ਸਮੇਂ ਦੇ ਨਾਲ ਵੀ ਬਦਲਦੀ ਆ। ਤੋ ਸੋ ਇਸ ਹਾਈਕੂ ਨੇ ਜਿਸ ਤਰ੍ਹਾਂ ਪਹਿਲੇ ਸਮਿਆਂ ਦੇ ਵਿੱਚ ਅੰਗਰੇਜ਼ੀ, ਫਰੈਂਚ ਅਤੇ ਰਸ਼ੀਆ ਵਾਲਿਆਂ ਨੇ ਇਹਨੂੰ ਆਪਣੇ ਰੂਪ ਦੇ ਵਿੱਚ ਬਦਲਿਆ, ਉਸ ਤਰ੍ਹਾਂ ਮੈਂ ਥੋੜ੍ਹਾ ਜਿਹਾ ਜਿਹੜੇ ਮੇਰੇ ਹਾਈਕੂ ਸੀਗੇ ਉਹ ਦੂਸਰਿਆਂ ਤੋਂ ਕਈਆਂ ਨੂੰ ਹਜ਼ਮ ਵੀ ਨਹੀਂ ਹੋਏ ਉਸ ਸਮੇਂ ਉਹ, ਪਰ ਮੈਂ ਉਹਦੇ ਵਿੱਚ ਥੋੜ੍ਹਾ ਜਿਹਾ ਉਹਨੂੰ ਆਪਣੇ ਪੰਜਾਬੀ ਰੂਪ ਦੇ ਵਿੱਚ ਬਦਲ ਕੇ ਅਤੇ ਉਹਦੇ ਵਿੱਚ ਮੈਂ ਥੋੜ੍ਹੀਆਂ ਜਿਹੀਆਂ ਖੁੱਲ੍ਹਾਂ ਲਈਆਂ ਸੀਗੀਆਂ। ਕਈਆਂ ਨੇ ਉਹਨੂੰ ਪਸੰਦ ਵੀ ਕੀਤਾ ਅਤੇ ਕਈਆਂ ਨੇ ਉਹਦੇ 'ਤੇ ਟਿੱਪਣੀ ਵੀ ਕੀਤੀ, ਪਰ ਮੈਂ ਇਹ ਸਮਝਦਾ ਵੀ ਜਦੋਂ ਕੋਈ ਵੀ ਵਿਧਾ ਆਉਂਦੀ ਆ ਤਾਂ ਉਹ ਓਨਾ ਚਿਰ ਤੱਕ ਜੇ ਅਸੀਂ ਲਕੀਰ ਅਤੇ ਫਕੀਰ ਹੀ ਬਣੇ ਰਹਿਣਾ ਹੈਗਾ ਤਾਂ ਉਹਦਾ ਵਿਕਾਸ ਨਹੀਂ ਹੋਣਾ ਹੈਗਾ। ਜਿਵੇਂ ਹੁਣ ਗਜ਼ਲ ਲੈ ਲਓ ਜਾਂ ਹੋਰ, ਗਜ਼ਲ ਜਦੋਂ ਪਹਿਲਾਂ ਆਈ ਆ ਉਹ ਕਿੰਨਾ ਬੰਦਿਸ਼ ਦੇ ਵਿੱਚ ਕਿੰਨੇ ਬੰਨਣਾ ਹੁੰਦਾ ਸੀ, ਕਿੰਨੀਆਂ ਉਹਦੀਆਂ ਵੱਖਰੇ ਵੱਖਰੇ ਉਸਤਾਦ ਬਣੇ ਹੋਏ ਸੀ, ਹਰ ਉਸਤਾਦ ਕਹਿੰਦਾ ਸੀ ਮੈਂ ਹੀ ਠੀਕ ਹਾਂ, ਮੇਰੇ ਮੁਤਾਬਕ ਹੀ ਹੋਣੀ ਚਾਹੀਦੀ ਆ ਗੱਲ। ਪਰ ਅੱਜ ਬਿਨਾਂ ਉਸਤਾਦਾਂ ਤੋਂ ਜਿਹੜੀ ਗਜ਼ਲ ਰਚੀ ਜਾ ਰਹੀ ਆ, ਸਿਰਫ ਵਿਧਾ ਨੂੰ ਜਾਣ ਕੇ, ਤਾਂ ਨੌਜਵਾਨ ਮੁੰਡੇ ਹੋਰ ਕਿੰਨੀ ਵਧੀਆ ਮਤਲਬ ਕਮਾਲ ਦੀ ਰਚਨਾ ਕਰ ਰਹੇ ਨੇ। ਇਸੇ ਤਰ੍ਹਾਂ ਹੀ ਇਹ ਜਿਹੜਾ ਹਾਈਕੂ ਆ, ਉਹ ਪਹਿਲੀ ਜਿਹੜੀ ਮੇਰੀ ਪੁਸਤਕ ਸੀ ਤ੍ਰੇਲ ਤੁਪਕੇ ਦੇ, ਉਹਦੇ ਵਿੱਚ ਤਾਂ ਮੈਂ ਲਈਆਂ ਸੀ ਬਹੁਤ ਜ਼ਿਆਦਾ ਖੁੱਲ੍ਹਾਂ। ਹੁਣ ਅੱਜ ਕੱਲ੍ਹ ਹਾਈਕੂ ਬਾਰੇ ਦੇ ਵਿੱਚ ਬਹੁਤ ਸਾਰੀਆਂ ਐਸੋਸੀਏਸ਼ਨ ਪੰਜਾਬ ਦੇ ਵਿੱਚ ਬਣੀਆਂ ਹੋਈਆਂ ਨੇ, ਜਿਹਦੇ ਵਿੱਚ ਬੜੇ ਵਿਦਵਾਨ ਲੋਕ ਨੇ, ਉਹਨਾਂ ਨੇ ਸਾਰਿਆਂ ਨੇ ਰਲ ਕੇ ਇਹ ਕੀਤਾ ਵੀ, ਕਿਉਂਕਿ ਇਹਦਾ 5-7-5 ਦਾ ਰੂਪ ਹੁੰਦਾ ਹੈਗਾ। ਉਹ ਕਹਿੰਦੇ ਵੀ ਜੇ ਅਸੀਂ ਹੋਰ ਨਹੀਂ ਕੁਛ ਕਰ ਸਕਦੇ ਤਾਂ ਜਿਹੜਾ ਗੁਰਮੁਖੀ ਦੇ 5-7-5 ਅੱਖਰ ਹੀ ਵਰਤੋਂ ਦੇ ਵਿੱਚ ਲਿਆਈਏ ਇਹਦੇ ਵਿੱਚ। ਅਤੇ ਜਿਹੜੀ ਇਹ ਪਹਿਲੀ ਪੁਸਤਕ ਨਾਲੋਂ ਤ੍ਰੇਲ ਤੁਪਕੇ ਨਾਲੋਂ ਜਿਹੜੀ ਮੇਰੀ ਆ ਪੁਸਤਕ ਪਵਨ ਆ, ਇਹਦਾ ਫਰਕ ਇਹ ਆ, ਇਹਦੇ ਵਿੱਚ 400 ਤੋਂ ਕੁਝ ਵੱਧ ਹਾਈਕੂ ਨੇ, ਅਤੇ ਇਹਦੇ ਵਿੱਚ ਮੈਂ ਜਿਹੜੇ ਸਾਰੇ ਹਾਈਕੂ ਨੂੰ 5-7-5 ਦੇ ਵਿੱਚ ਲਿਆਂਦੇ ਨੇ। ਗਿੱਲ ਸਾਹਿਬ ਇੱਕ ਦੱਸਿਓ ਜੀ, ਇੱਕ ਤਾਂ ਸਾਨੂੰ ਹਾਈਕੂ ਦਾ ਜਿਹੜਾ ਵਿਧਾ ਇਹ ਰੂਪ ਹੈ ਕੀ ਹੈ ਜਾਂ ਕਿੰਨੀਆਂ ਕਿ 'ਚ ਸਤਰਾਂ ਹੁੰਦੀਆਂ, ਦੂਜਾ ਜਿਹੜਾ ਤੁਸੀਂ ਇਹ 5-7-5 ਕਹਿ ਰਹੇ ਆ ਇਹਦਾ ਕੀ ਮਤਲਬ ਹੁੰਦਾ ਅਤੇ ਇਹਦਾ ਮਤਲਬ ਥੋੜ੍ਹਾ ਜਿਹਾ ਸਾਨੂੰ ਇਹ ਸਮਝਾਇਓ ਜੀ। ਇਹਦੇ ਵਿੱਚ ਜਿਵੇਂ ਹੁਣ 5-7-5 ਵਾਲੀ ਤਾਂ ਗੱਲ ਇਹ ਆ ਬਈ ਉਹ ਜਿਹੜੀ ਗੁਰਮੁਖੀ ਲਿਪੀ ਆ ਆਪਣੀ, ਊੜਾ ਆੜਾ ਈੜੀ ਸੱਸਾ ਹਾਹਾ, ਇਹ 5 ਅੱਖਰ ਹੋ ਗਏ ਨਾ। ਇਹ ਜੇ ਪਹਿਲੇ 5 ਅੱਖਰਾਂ ਦਾ ਕੁਛ ਇੱਕ ਸਤਰ ਬਣਾ ਲਈਏ, ਕੋਈ ਉਹਦੇ ਵਿੱਚ ਮਤਲਬ ਹੋਵੇ, ਉਹ ਪਹਿਲੀ ਬਣ ਜਾਂਦੀ ਆ। ਦੂਸਰੀ ਦੇ ਵਿੱਚ ਇਸੇ ਤਰ੍ਹਾਂ 7 ਅਤੇ ਤੀਸਰੀ ਦੇ ਵਿੱਚ ਫਿਰ 5 ਆ ਜਾਂਦੀਆਂ। ਜਿਹੜਾ ਹਾਈਕੂ ਹੈਗਾ, ਹਾਈਕੂ ਅਸਲ ਦੇ ਵਿੱਚ ਆਮ ਤਾਂ ਹਰ ਕਵਿਤਾ ਦਾ ਹੀ ਉਹ ਗੁਣ ਹੁੰਦਾ ਜਿਹੜੇ ਹਾਈਕੂ ਦੇ ਵਿੱਚ ਹੁੰਦੇ ਨੇ, ਪਰ ਇਹਦੇ ਵਿੱਚ ਇਹ ਕਹਿੰਦੇ ਆ ਵੀ ਸ਼ਬਦਾਂ ਦੇ ਰਾਹੀਂ ਤੁਸੀਂ ਇੱਕ ਤਸਵੀਰ ਬਣਾਉਂਦੇ ਹੋ। ਚਿੱਤਰਕਾਰ ਬੁਰਸ਼ ਨਾਲ ਰੰਗਾਂ ਨਾਲ ਤਸਵੀਰ ਬਣਾਉਂਦਾ, ਤੁਸੀਂ ਜਦੋਂ ਹਾਈਕੂ ਪੜ੍ਹੋਗੇ ਤੁਹਾਡੇ ਸਾਹਮਣੇ ਇੱਕ ਤਸਵੀਰ ਉਕਰੀ ਜਾਊਗੀ। ਇਹਦੇ ਹੋਰ ਜਿਹੜੇ ਵੱਡੇ ਗੁਣ ਨੇ ਮੰਨੇ ਜਾਂਦੇ ਹੈਗੇ ਆ, ਉਹਦੇ ਵਿੱਚ ਇੱਕ ਤਾਂ ਇਹ ਹੋ ਗਿਆ, ਫਿਰ ਵਿਰੋਧਾਭਾਸ ਹੋਵੇ, ਇਹਦੇ ਵਿੱਚ ਹਿਊਮਰ ਹੋਵੇ ਤਾਂ ਬੜਾ ਚੰਗਾ ਲੱਗਦਾ। ਲੈ ਦਾ ਹੋਣਾ, ਲੈ ਹੋਵੇ ਚੰਗੀ ਗੱਲ ਆ, ਅਤੇ ਲੈ ਦਾ ਹੋਣਾ ਜ਼ਰੂਰੀ ਵੀ ਨਹੀਂ ਹੈਗਾ। ਅਤੇ ਇਸੇ ਤਰ੍ਹਾਂ ਵਿਅੰਗ ਹੋਵੇ, ਵਿਅੰਗ ਇਹਦਾ ਬਹੁਤ ਵੱਡਾ ਨਸ਼ਤਰ, ਕਿਸੇ ਚੀਜ਼ ਦੇ ਉੱਤੇ ਕਿਸੇ ਐਂਗਲ ਤੋਂ ਝੁਬਾਉਣਾ, ਉਹ ਮਤਲਬ ਇਹਦਾ ਬਹੁਤ ਵੱਡਾ ਗੁਣ ਗਿਣਿਆ ਜਾਂਦਾ ਹੈਗਾ। ਅਤੇ ਵੱਖ ਤਰ੍ਹਾਂ ਦੀਆਂ ਇਸ ਤਰ੍ਹਾਂ ਇਹਦੇ ਵਿੱਚ ਪਰ ਜਿਹੜੇ ਅੱਖਰਾਂ ਦੀ ਗਿਣਤੀ ਆ, ਉਹ ਜਿਸ ਤਰ੍ਹਾਂ ਆਪਾਂ ਅਰੂਜ਼ ਦੇ ਵਿੱਚ ਜਾਂ ਗਜ਼ਲ ਦੇ ਹੁੰਦੇ ਨੇ, ਉਹਦੇ ਵਿੱਚ ਅਸੀਂ ਮਾਤਰਾ ਵੀ ਗਿਣਦੇ ਹਾਂ ਨਾਲ, ਅਤੇ ਪਰ ਇਹ ਜਿਹੜਾ ਇਹਦੇ ਵਿੱਚ ਮਾਤਰਾ ਨਹੀਂ ਗਿਣੀ ਜਾਂਦੀ, ਇਹਦੇ ਵਿੱਚ ਸਿਰਫ ਅੱਖਰ ਹੀ ਗਿਣੇ ਜਾਂਦੇ ਆ। ਜਿਹੜਾ ਕਿ ਹੁਣ ਅੱਜ ਜਿਸ ਤਰ੍ਹਾਂ ਲਿਖਿਆ ਜਾ ਰਿਹਾ, ਉਹਨਾਂ ਨੇ ਇਹਨੂੰ ਪ੍ਰਵਾਨ ਕੀਤਾ। ਸੋ ਮੈਂ ਵੀ ਕਿਹਾ, ਮੈਂ ਵੀ ਜਦੋਂ ਸਾਰੇ ਇਸ ਤਰ੍ਹਾਂ ਕਰ ਰਹੇ ਨੇ ਤਾਂ ਕਿਉਂ ਨਾ ਮੈਂ ਵੀ ਇਹਨੂੰ ਉਸੇ ਰੂਪ ਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਇੱਕ ਕੋਸ਼ਿਸ਼ ਹੈਗੀ ਆ, ਬਾਕੀ ਹਾਲੇ ਤੱਕ ਜਿੰਨੇ ਕੁ ਵਿਦਵਾਨਾਂ ਨੇ ਪੜ੍ਹੀ ਆ ਉਹਨਾਂ ਵੱਲੋਂ ਤਾਂ ਚੰਗਾ ਹੁੰਗਾਰਾ ਹੀ ਆਇਆ। ਬਾਕੀ ਅੱਗੇ ਦੇਖਦੇ ਹਾਂ ਪਾਠਕ ਇਹਨੂੰ ਕਿਸ ਤਰ੍ਹਾਂ ਦਾ ਹੁੰਗਾਰਾ ਦਿੰਦੇ ਆ। ਸਾਨੂੰ ਇੱਕ ਦੋ ਸੁਣਾਓਗੇ ਜੀ, ਤਾਂ ਕਿ ਸਾਡੇ ਦਰਸ਼ਕਾਂ ਨੂੰ ਪਤਾ ਲੱਗ ਸਕੇ ਵੀ ਇਹ ਕਿਹੜਾ ਕਾਵਿ ਰੂਪ ਆ, ਅਤੇ ਇਹ ਮਤਲਬ ਪੰਜਾਬੀ ਦੇ ਕਿਹੜੇ ਕਾਵਿ ਰੂਪ ਦੇ ਇਹਨੂੰ ਨੇੜੇ ਮੰਨਿਆ ਜਾਊਗਾ। ਅਤੇ ਦੂਜੀ ਗੱਲ ਕਿ ਇਹ ਕੀ ਪੰਜਾਬੀ ਦੇ ਵਿੱਚ ਜਿਹੜੇ ਸਾਡੇ ਪਹਿਲੇ ਪ੍ਰਚਲਿਤ ਕਾਵਿ ਰੂਪ ਨੇ, ਉਹਨਾਂ ਦੇ ਵਿੱਚ ਇਹ ਮਤਲਬ ਲੋੜ ਕੀ ਸੀ ਕਿ ਇਹਨੂੰ ਤੁਸੀਂ ਅਪਣਾਇਆ ਉਹਨਾਂ ਨੂੰ ਛੱਡ ਕੇ? ਇਹਦੇ ਵਿੱਚ ਦੇਖੋ, ਉਹ ਲੋੜ ਕੋਈ ਨਹੀਂ ਹੈ,
ਪੰਜਾਬੀ ਦੇ ਵਿੱਚ ਇਸ ਵੇਲੇ ਬਹੁਤ ਸੋਹਣੇ ਸੋਹਣੇ ਕਾਵਿ ਰੂਪ ਨੇ, ਜਿਸ ਤਰ੍ਹਾਂ ਦੋਹਰਾ ਹੋਇਆ, ਦੋ ਸਤਰਾਂ ਦਾ। ਆਮ ਤੌਰ 'ਤੇ ਪੰਜਾਬੀ ਦੇ ਵਿੱਚ ਜਿਵੇਂ ਇੱਕ ਸਤਰ ਦੀ ਬੋਲੀ ਹੋ ਜਾਂਦੀ ਹੈ, ਇੱਕ ਸਤਰ ਤੋਂ ਲੈ ਕੇ ਵੱਡੀ ਤੱਕ ਜਾਣੀ, 2 ਸਤਰ ਦਾ ਦੋਹਰਾ ਹੋ ਗਿਆ, ਅਤੇ 3 ਸਤਰ ਦਾ ਹੁਣ ਹੈਕੂ ਹੋ ਗਿਆ, ਅਤੇ 4 ਸਤਰ ਦਾ ਗਜ਼ਲ ਆਪਣੇ ਰਵਾਈ ਹੋ ਜਾਂਦੀ ਆ। ਇਹਦੇ ਵਿੱਚ ਜਿਵੇਂ ਹੁਣ ਦ੍ਰਿਸ਼ ਵਰਣਨ ਕਰ ਲਓ, ਹੈ ਨਾ, ਹਨੇਰੀ ਰਾਤ, ਮਿੱਠਾ ਮਿੱਠਾ ਚਾਨਣ, ਦੀਵੇ ਦੀ ਲੋ, ਇੱਕ ਤਰ੍ਹਾਂ ਨਾਲ ਅੱਖਾਂ, ਮੀਂਹ ਦਾ ਗੀਤ, ਬੱਦਲਾਂ ਦੀ ਛਤਰੀ, ਧਰਤੀ ਨਰਿੱਤ। ਇਸ ਤਰ੍ਹਾਂ ਥੋੜ੍ਹਾ ਜਿਹਾ ਨਾ ਇਹਦੇ ਵਿੱਚ ਥੋੜ੍ਹਾ ਜਿਹਾ ਆਪ ਦਾ ਵੀ ਜਿਹੜਾ ਜਦੋਂ ਪਾਠਕ ਪੜ੍ਹਦਾ ਨਾ, ਤਾਂ ਇਹ ਕਿਤਾਬ ਵੀ ਪਾਠਕ ਨੂੰ ਪੜ੍ਹਦੀ ਆ। ਅਤੇ 21ਵੀਂ ਸਦੀ, ਸਫੈਦ ਰੰਗੀ ਘੁੱਗੀ, ਲਹੂ ਲਹਾਣ। ਅਤੇ ਸਵਾਦੀ, ਹੁਣ ਹਿਊਮਰ ਵਾਲੀ ਮੈਂ ਗੱਲ ਕੀਤੀ ਸੀ, ਸਵਾਦੀ ਗੱਲਾਂ, ਮਿੱਠੀਆਂ ਜਲੇਬੀਆਂ, ਸ਼ੂਗਰ ਰੋਗ। ਅਤੇ ਜ਼ਖਮਾਂ ਭਰੀ ਪਰਜਾ ਦੀ ਕਹਾਣੀ, ਕਪਟੀ ਰਾਜਾ। ਹੱਥ 'ਚ ਫੋਨ, ਪਾਟੀ 'ਤੇ ਫਿੱਟੀ ਪੈਂਟ, 21ਵੀਂ ਸਦੀ। ਸੋ ਇਸ ਤਰ੍ਹਾਂ ਦਾ ਤੱਤਾ ਸੁਭਾਅ, ਰਿਸ਼ਤੇ ਠੰਡੇ ਠਾਰ, 21ਵੀਂ ਸਦੀ। ਅਤੇ ਮਨ ਮੰਦਰ, ਖੁਦ ਦੇ ਸੰਗ ਜੰਗ, ਤਰਕਵਾਦ। ਗਲਾਂ ਵਿੱਚ ਬਲ ਰਹੇ ਟਾਇਰ, ਕਸਾਈ ਰਾਜਾ। ਹੇਠਾਂ ਧਰਤੀ, ਉੱਪਰ ਅਸਮਾਨ, ਵਿੱਚ ਨਾਟਕ, ਤੁਹਾਡੇ ਵਾਲਾ ਆ ਗਿਆ ਨਾਟਕ, ਹੈ ਨਾ। ਅਤੇ ਬੱਚੇ ਦਾ ਹਾਸਾ, ਤੌੜੀ ਵਿੱਚ ਚੱਲਿਆ ਭੂੰਡ ਪਟਾਕਾ। ਇਹ ਲੈ, ਇਹਦੇ ਵਿੱਚ ਲੈ ਵੀ ਆਉਂਦੀ ਹੈ ਨਾ। ਇਹ ਜਦੋਂ ਆਇਆ ਸੀ ਆਪਣੇ ਕੋਵਿਡ, ਉਹ ਥਾਲੀਆਂ ਵਜਾਉਂਦੇ ਸੀ ਨਾ ਲੋਕ, ਅਤੇ ਉਸ ਸਮੇਂ ਦੇ ਵਿੱਚ ਉਹ ਤੋਂ ਪ੍ਰਭਾਵਿਤ ਹੋ ਕੇ ਅਗਲਾ ਨੇ, ਕੈਸੀ ਬਿਮਾਰੀ, ਖੜਕੇ ਖਾਲੀ ਥਾਲੀ, ਵਜਾਓ ਤਾਲੀ, ਹੈਂ। ਅਤੇ ਬਾਗ ਬਗੀਚਾ, ਖਿੜੇ ਫੁੱਲ ਝੜਦੇ, ਮਾਲੀ ਦੇ ਹੰਝੂ। ਸੋ ਇਸ ਤਰ੍ਹਾਂ ਦੇ ਜਿਵੇਂ ਨਾ, ਤੇਰੇ ਤੋਂ ਉੱਚਾ, ਸਾਡੀ ਜੁੱਤੀ ਦਾ ਤਲਾ, ਕਰਤਾਰ 'ਚ, ਹੈ ਨਾ। ਅਤੇ ਇਸ ਤਰ੍ਹਾਂ ਮਤਲਬ ਨਾ, ਲਹੂ ਦਾ ਤੇਲ, ਸ਼ਹਾਦਤ ਦੀ ਬੱਤੀ, ਆਜ਼ਾਦ ਹਵਾ। ਪੰਜਾਬੀ ਦਾ ਜਿਹੜਾ ਕਾਵਿ ਰੂਪ ਟੱਪੇ ਆ, ਉਹਦੇ ਨੇੜੇ ਨਹੀਂ ਲੱਗਦਾ ਇਹ? ਜਾਂ ਟੱਪੇ 3 ਸਤਰਾਂ ਦਾ ਮੋਸਟਲੀ ਟੱਪਾ ਹੁੰਦਾ, ਪਰ ਟੱਪੇ ਨਾਲੋਂ ਇਹਦਾ ਫਰਕ ਇਹ ਆ ਵੀ ਟੱਪੇ ਦੇ ਵਿੱਚ ਲੈ ਬਹੁਤ ਵੱਡਾ ਉਹਦਾ ਰੂਪ ਜ਼ਰੂਰੀ ਆ, ਕਿਉਂਕਿ ਟੱਪਾ ਗਾਇਆ ਜਾ ਸਕਦਾ। ਇਹਦੇ ਵਿੱਚ ਤੁਸੀਂ ਦੇਖੋਗੇ ਕੁਛ ਕੁ ਹਾਈਕੂ ਨੇ ਜਿਹੜੇ ਲੈ 'ਚ ਮੈਂ ਲਿਆਂਦੇ ਹੋਏ ਨੇ, ਪਰ ਇਹਦੇ ਜ਼ਰੂਰੀ ਨਹੀਂ ਹੈ, ਉਹ ਬੰਦਿਸ਼ ਨਹੀਂ ਹੈ ਲੈ ਦੀ। ਇਸ ਤੋਂ ਪਹਿਲਾਂ ਜਿਵੇਂ ਮੈਂ ਤਰੇਲ ਤੁਪਕੇ ਦੇ, ਜੇ ਆਪਾਂ ਹਾਈਕੂਆਂ ਦੀ ਗੱਲ ਕਰੀਏ, ਉਹਦੇ ਵਿੱਚ ਵੀ ਮੈਂ ਬੜਾ ਹਿਊਮਰ ਵਰਤਿਆ ਹੋਇਆ। ਉਹਦੇ ਵਿੱਚ ਇਹ ਸ਼ਬਦਾਂ ਦੀ ਬਾਤ ਘਾਟ ਹੈਗੀ ਆ। ਜਿਵੇਂ ਮੇਰਾ ਹੁਣ ਤੁਸੀਂ ਲਓ, ਬਾਬੇ ਦੀ ਫੋਟੋ, ਮਹਿੰਗੀ ਲੱਕੜ ਦਾ ਫਰੇਮ, ਉੱਪਰ ਜੰਮੀ ਧੂੜ। ਇਹ ਥੋੜ੍ਹਾ ਜਿਹਾ ਬੰਦੇ ਨੂੰ ਸੋਚਣਾ ਪੈਣਾ, 3 ਸਤਰਾਂ ਨੂੰ ਜੋੜਨਾ ਪੈਣਾ। ਅਤੇ ਨਗਰ ਕੀਰਤਨ, ਪ੍ਰੇਮੀ ਕਰਨ ਗੁਰਦਰਸ਼ਨ, ਬੀਬੀਆਂ ਦੇਖਣ ਸੂਟ। ਥੋੜ੍ਹਾ ਜਿਹਾ ਹਿਊਮਰ ਲਿਆਉਣ ਦੀ ਕੋਸ਼ਿਸ਼ ਇਸ ਤਰ੍ਹਾਂ, ਉਹ ਜਾਣਦੀ ਇੱਕ ਤਰ੍ਹਾਂ ਨਾਲ ਨਾ, ਇਹ ਸ਼ਬਦਾਂ ਨਾਲ ਖਿਲਵਾੜ ਕਈ ਵਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਜਿਹੜੇ ਸੋ ਜਿਹੜਾ ਹਾਈਕੂ ਆ ਨਾ, ਕਾਲੀ ਸਿਆਹੀ, ਲਿਖਦੀ ਜਾਵੇ ਲੇਖ, ਲਾਲ ਸੁਰਖ, ਹੈ ਨਾ। ਅਤੇ ਮੈਂ ਫਿਰ ਐਂਡ 'ਤੇ ਇਹ ਵੀ ਦਿੱਤੇ ਹੋਇਆ ਪਿੰਗਲ ਵਿੱਚ, 575 ਮੇਰੇ ਹਾਈਕੂ, ਹੈ ਨਾ। ਅਤੇ ਵੱਡੇ ਸਾਹਿਬ ਨਾਲੋਂ ਵੱਡੀ ਛੋਟੀ ਬੇਗਮ, ਹੈ ਨਾ। ਅਤੇ ਬਸ ਇਸ ਤਰ੍ਹਾਂ ਜਿਹੜੀ ਇਹ ਛੋਟੇ ਦੇ ਵਿੱਚ ਹੀ, ਜਿਵੇਂ ਇਹਨੂੰ ਜਦੋਂ ਵਿੱਚ ਪੜ੍ਹੋਗੇ ਨਾ, ਕੁਛ ਕੁ ਥਾਵਾਂ ਦੇ ਉੱਤੇ
ਕਾਫੀ ਜ਼ਿਆਦਾ ਵਿਅੰਗ ਤੁਸੀਂ ਦੇਖੋਗੇ ਜੋ ਅੱਜ ਹੋ ਰਿਹਾ ਆਲੇ ਦੁਆਲੇ ਉਹਦੇ ਉੱਤੇ, ਜਿਵੇਂ ਹੁਣ ਲਾਲ ਸ਼ਾਹੀ ਵਾਲਾ ਹੋਇਆ ਜਾਂ ਕਪਟੀ ਰਾਜੇ ਵਾਲੀ ਗੱਲ ਹੋਈ ਆ। ਸੋ ਉਹ ਉਸ ਤਰ੍ਹਾਂ ਇਹਦੇ ਵਿੱਚ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਹੋਈ ਆ। ਬਾਕੀ ਲੈ ਹੁੰਦੀ ਆ ਨਿਸਰੀਆਂ ਕਣਕਾਂ ਹਵਾ ਦਾ ਬੁੱਲਾ, ਬੱਲੀਆਂ ਪਾਉਂਦੀਆਂ ਗਿੱਧਾ, ਇਸ ਤਰ੍ਹਾਂ ਉਹ ਤੁਹਾਡੇ ਸਾਹਮਣੇ ਇੱਕ ਤਸਵੀਰ ਆ ਜਾਂਦੀ ਹੈ ਜਦੋਂ ਆਪਾਂ ਕਣਕ ਦੀ ਪੱਕੀ ਹੁੰਦੀ ਆ, ਹਵਾ ਆਉਂਦੀ ਆ। ਅਤੇ ਸੋ ਇਸ ਤਰ੍ਹਾਂ ਇਹਦੇ ਵਿੱਚ ਜ਼ਿਆਦਾ ਗੱਲਬਾਤ ਹਾਈਕੂ ਦੇ ਵਿੱਚ ਥੋੜ੍ਹਾ ਜਿਹਾ ਇਹਦੇ ਵਿੱਚ ਜਿਵੇਂ ਜੇ ਇਹਨੂੰ ਚਬੋਲਿਆ ਜਾਊਗਾ ਥੋੜ੍ਹੇ ਸਮੇਂ ਬਾਅਦ, ਤੁਸੀਂ ਇਹਦੇ ਮਤਲਬ ਹੋਰ ਅੰਤਰੀ ਮਤਲਬ ਸਮਝਣ ਦੀ ਕੋਸ਼ਿਸ਼ ਹੋਊ। ਜਿਸ ਤਰ੍ਹਾਂ ਮੈਂ ਕਿਹਾ ਨਾ, ਬਾਬੇ ਦੀ ਫੋਟੋ, ਜਿਸ ਤਰ੍ਹਾਂ ਇੱਕ ਮਿੰਟ ਸੋਚ ਲਈਏ ਗੁਰੂ ਨਾਨਕ ਸਾਹਿਬ ਦੀ ਫੋਟੋ ਆ, ਮਹਿੰਗੀ ਲੱਕੜ ਦਾ ਫਰੇਮ, ਮਹਿੰਗੀ ਤੋਂ ਮਹਿੰਗੀ ਲੱਕੜ ਲੈ ਕੇ ਸੋਹਣੇ ਤੋਂ ਸੋਹਣਾ ਫਰੇਮ ਉਹਦਾ ਜੜਾਇਆ ਹੋਇਆ, ਉੱਪਰ ਜੰਮੀ ਧੂੜ, ਉਹ ਸਿਰਫ ਦਿਖਾਉਣ ਲਈ ਉੱਥੇ ਰੱਖੀ ਹੋਈ ਆ। ਪਰ ਉਹਦੇ ਸਫਾਈ ਦਾ, ਉਹਦਾ ਜੇ ਉਹਦੇ ਸ਼ਰਧਾ ਬਸ ਹੈਗੇ ਆ ਅਸੀਂ, ਪਰ ਅਸੀਂ ਜਿਹੜਾ ਉਹਦਾ ਰੱਖਣ ਦਾ ਭਾਵ ਕੀ ਆ, ਕਾਹਦੇ ਵਾਸਤੇ ਰੱਖੀ ਹੋਈ ਆ, ਜਾਂ ਉਹਦਾ ਜਿਹੜਾ ਕਲੀਨਲੀਨੈਸ ਆ ਉਹਦੇ ਵੱਲ ਸਾਡਾ ਧਿਆਨ ਨਹੀਂ। ਇਸ ਤਰ੍ਹਾਂ ਮਤਲਬ ਗੱਲ ਨੂੰ ਕਰਨ ਦੀ ਕੋਸ਼ਿਸ਼ ਕੀਤੀ। ਪੰਜਾਬੀ 'ਚ ਕਿੰਨੇ ਕੁ ਪ੍ਰਚਲਿਤ ਹੋਏ ਆ? ਜਿੱਦਾਂ ਕਵੀ ਦਰਬਾਰ ਹੁੰਦੇ ਆਮ ਤੌਰ 'ਤੇ, ਉੱਥੇ ਗਜ਼ਲ ਹੁੰਦੀ ਆ, ਕਵਿਤਾ ਸੁਣਾਉਂਦੇ ਆ ਲੋਕ, ਹੋਰ ਕਰਦੇ ਆ। ਇਹ ਕਿੰਨਾ ਕੁ ਰੂਪ ਲੋਕਾਂ ਨੇ ਕਬੂਲ ਕੀਤਾ? ਬਹੁਤ ਵਧੀਆ ਹੈ ਜਿਹੜੇ ਤੁਸੀਂ ਇਹ ਸਾਨੂੰ ਸੁਣਾਏ ਆ, ਔਰ ਬੜੀ ਵਧੀਆ ਇਹ ਸੁਣਨ ਦੇ ਵਿੱਚ ਜਿਹੜੀ ਇਹਦੀ ਬਹੁਤ ਅਰਥੀ ਹੈ, ਇਹਦੇ ਵਿੱਚ ਬਹੁਤ ਪਰਤਾਂ ਨੇ ਇਹਦੀਆਂ। ਲੋਕਾਂ ਦਾ ਕਿੱਦਾਂ ਇਹਨੂੰ ਰਿਸਪੌਂਸ ਸੀ ਓਵਰਆਲ ਹਾਈਕੂ ਦੇ ਇਸ ਕਾਵਿ ਰੂਪ ਨੂੰ ਪੰਜਾਬੀ 'ਚ? ਮੈਂ ਜਿੰਨੇ ਕੁ ਥਾਵਾਂ 'ਤੇ ਮੈਂ ਗਿਆ ਹੈਗਾ, ਵੈਸੇ ਮੈਂ ਕਦੇ ਇਸ ਤਰ੍ਹਾਂ ਦਾ ਤਾਂ ਕਵੀ ਦਰਬਾਰ ਕੋਈ ਦੇਖਿਆ ਨਹੀਂ ਜਿੱਥੇ ਇਕੱਲੇ ਹਾਈਕੂ ਹੀ ਪੜ੍ਹੇ ਜਾਂਦੇ ਹੋਣ, ਹੈ ਨਾ। ਅਤੇ ਉਂਝ ਹੈਗਾ ਵੀ ਜਿਵੇਂ ਮੈਂ ਆਪਣੀਆਂ ਹੋਰ ਕਵਿਤਾਵਾਂ ਦੇ ਨਾਲ ਕਹਿ ਦਿੱਤਾ ਇੱਕ ਦੋ ਹਾਈਕੂ ਸੁਣਾ, ਜਾਂ ਉੱਥੇ ਜਿਹੜੇ ਸਾਹਮਣੇ ਬੈਠੇ ਸੁਣਨ ਵਾਲੇ ਜਾਂ ਮੰਚ ਸਕੱਤਰ ਹੁੰਦੇ ਆ ਜਾਂ ਲੇਖਕ ਕਹਿ ਦਿੰਦੇ ਆ ਵੀ ਤੁਸੀਂ ਹਾਈਕੂ ਲਿਖਦੇ ਹੋ, ਆਪਣੀ ਕਵਿਤਾ ਜਦੋਂ ਖ਼ਤਮ ਕਰ ਕੇ ਹਟਦੇ ਆ ਨਾ, ਉਹ ਕਹਿੰਦੇ ਵੀ ਆਪਣੇ ਕੁਛ ਹਾਈਕੂ ਵੀ ਸੁਣਾਓ। ਇਸ ਤਰ੍ਹਾਂ ਸੁਣਾਏ ਆ। ਪਰ ਹਾਂ, ਗੱਲ ਤੁਹਾਡੀ ਸੱਚੀ ਆ, ਹਾਲੇ ਉਹ ਪੰਜਾਬੀ ਦੇ ਵਿੱਚ ਇੰਨਾ ਪ੍ਰਵਾਨਿਤ ਨਹੀਂ ਹੋਇਆ ਜਿਸ ਤਰ੍ਹਾਂ ਦੂਜੀਆਂ ਵਿਧਾਵਾਂ ਨੇ, ਉਹਨਾਂ ਹਾਲੇ ਹਾਈਕੂ ਨਹੀਂ ਹੋਇਆ। ਇਹਦੇ ਵਿੱਚ ਸ਼ਾਇਦ ਕੁਛ ਲਿਖਣ ਵਾਲਿਆਂ ਦੀ ਵੀ ਕਮਜ਼ੋਰੀ ਆ, ਕੁਛ ਇਹ ਵੀ ਆ ਵੀ ਇਹਦੇ ਵਿੱਚ ਫਲਸਫਾਨਾ ਚੀਜ਼ ਵਿੱਚ ਹੁੰਦੀ ਆ। ਅਸੀਂ ਮਤਲਬ ਕਈ ਵਾਰ ਅਸੀਂ ਚਾਹੁੰਦੇ ਹਾਂ ਵੀ ਜੇ ਗੱਲ ਕਰੀ ਆ ਤਾਂ ਇੱਕਦਮ ਉਹ ਸਮਝ ਦੇ ਵਿੱਚ ਆ ਜਾਵੇ, ਜਾਂ ਉਹਦੇ ਵਿੱਚ ਕੋਈ ਐਂਟਰਟੇਨਮੈਂਟ ਹੋਵੇ, ਉਹ ਉਸ ਤਰ੍ਹਾਂ ਦਾ ਰੰਗ ਉਹ ਸ਼ਾਇਦ ਇਹਦੇ ਵਿੱਚ ਕੁਛ ਘੱਟ ਹੁੰਦਾ ਹੈਗਾ। ਸਮਾਗਮ ਦੇ ਵਿੱਚ ਉੱਥੇ ਪਰਚੇ ਪੜ੍ਹੇ ਜਾਣੇ ਆ, ਬਹਿਸ ਹੋਣੀ ਆ, ਜਾਂ ਵੈਸੇ ਗੱਲਬਾਤ ਹੋਣੀ, ਜਾਂ ਰਿਲੀਜ਼ ਸਮਾਰੋਹ ਆ? ਥੋੜ੍ਹਾ ਜਿਹਾ ਉਹਦਾ ਵਿਸਥਾਰ ਦੱਸੋ ਜੀ ਸਮਾਗਮ ਦਾ। ਹਾਂਜੀ, ਇਹ ਦੋਨਾਂ ਦਾ ਮਿਕਸਚਰ ਹੀ ਆ। ਇਹਦੇ ਵਿੱਚ ਡਾਕਟਰ ਹਰਜੋਤ ਕੌਰ ਖਹਿਰਾ ਲਵਲੀ ਯੂਨੀਵਰਸਿਟੀ ਤੋਂ ਆਏ ਹੋਏ ਨੇ, ਪਹਿਲਾਂ HMB ਦੇ ਵਿੱਚ ਕਾਲਜ ਦੇ ਵਿੱਚ ਸੀਗੇ ਉਹ, ਅਤੇ ਉਹਨਾਂ ਨੇ ਵਿਸ਼ੇਸ਼ ਤੌਰ 'ਤੇ ਇਸ ਪੁਸਤਕ 'ਤੇ ਪਰਚਾ ਲਿਖਿਆ। ਇਸ ਪੁਸਤਕ 'ਤੇ ਹੀ ਨਹੀਂ, ਉਹਨੇ ਨਰੋਲ ਮੇਰੇ ਹਾਈਕੂ ਦਾ ਸਫ਼ਰ ਬਾਰੇ ਉਹਨਾਂ ਦਾ ਮੇਨ ਪਰਚਾ ਉਹਨਾਂ ਦਾ ਹੋਊਗਾ। ਇਸ ਤੋਂ ਉਹਨਾਂ ਹੋਰ ਬਹੁਤ ਸਾਰੇ ਬੁਲਾਰੇ ਹੋਣਗੇ। ਬਾਕੀ ਜਿਹੜੀਆਂ ਟਿੱਪਣੀਆਂ ਦਾ ਸਵਾਗਤ ਕੀਤਾ ਜਾਊ, ਜੋ ਵੀ ਕੋਈ ਜਿਨ੍ਹਾਂ ਨੇ ਪੜ੍ਹੀਆਂ ਹੋਈਆਂ ਹੋਣਗੀਆਂ। ਅਤੇ ਐ ਨਹੀਂ ਹੈ ਵੀ ਕੋਈ ਆ ਕੇ ਮੈਂ ਨਹੀਂ ਚਾਹੁੰਦਾ ਬਸ ਸਿਰਫ ਸਿਫਤਾਂ ਹੀ ਕਰੀ ਜਾਵੋ। ਰਿਲੀਜ਼ ਹੋਊਗੀ ਕਿਤਾਬ, ਪਰ ਇਸ ਚੀਜ਼ ਦੀ ਮੈਨੂੰ ਖੁਸ਼ੀ ਹੋਊਗੀ ਵੀ ਜੇ ਮੇਰੇ ਧਿਆਨ ਗੋਚਰੇ ਉਹ ਚੀਜ਼ਾਂ ਲਿਆਂਦੀਆਂ ਜਾਣ ਜਿਹੜੀਆਂ ਕਿ ਮੈਂ ਅੱਗੇ ਵਾਸਤੇ ਮੈਨੂੰ ਹੋਰ ਸੇਧ ਮਿਲੇ, ਅਤੇ ਉਸ ਚੀਜ਼ ਦਾ ਸਵਾਗਤ ਕੀਤਾ ਜਾਊਗਾ। ਅਤੇ ਇਹ ਕਰਵਾ ਕਿਹੜੀ ਸੰਸਥਾ ਰਹੀ ਆ? ਥੋੜ੍ਹਾ ਜਿਹਾ ਉਹਦੇ ਬਾਰੇ ਦੱਸੋਗੇ ਜੀ? ਹਾਂਜੀ, ਇਹ ਵੈਨਕੂਵਰ ਵਿਚਾਰ ਮੰਚ ਸੰਸਥਾ, ਇਹ ਪਿਛਲੇ ਕੋਈ 7-8 ਸਾਲ ਤੋਂ ਹੋਂਦ ਵਿੱਚ ਆਈ ਆ। ਇਹ ਪਹਿਲਾਂ ਵੀ ਇੱਥੇ ਬਹੁਤ ਸਾਰੀਆਂ ਸੰਸਥਾਵਾਂ ਕੰਮ ਕਰ ਰਹੀਆਂ। ਮੈਂ ਖੁਦ ਆਪ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਨਾਲ ਲੰਬਾ ਟਾਈਮ ਜੁੜਿਆ ਰਿਹਾ, ਅਤੇ ਉਸ ਸੰਸਥਾ ਨੂੰ ਅਸੀਂ ਇੱਕ ਮੁੱਢਲੇ ਪੜਾਅ ਤੋਂ ਬਹੁਤ ਉੱਤੇ ਤੱਕ ਲੈ ਕੇ ਆਏ ਹਾਂ। ਅਤੇ ਉਹ ਜਿਹੜੀਆਂ ਸੰਸਥਾਵਾਂ ਕੰਮ ਕਰ ਰਹੀਆਂ ਨੇ, ਉਹ ਮੰਥਲੀ ਮੀਟਿੰਗ ਕਰਦੀਆਂ ਨੇ। ਕੁਝ ਕੁ ਦੇ ਵਿੱਚ ਤਾਂ ਇੱਕ ਨਵੀਆਂ ਰਚਨਾਵਾਂ ਪੜ੍ਹੀਆਂ ਜਾਂਦੀਆਂ ਅਤੇ ਉਹਨਾਂ ਦੇ ਵਿਚਾਰ ਹੁੰਦੀ ਆ, ਪਰ ਜ਼ਿਆਦਾ ਐਸੀਆਂ ਨੇ ਵੀ ਉੱਥੇ ਆ ਕੇ ਕੋਈ ਕਿਸੇ ਦਾ ਗੀਤ ਸੁਣਾ ਗਿਆ, ਕੋਈ ਕਿਸੇ ਦਾ ਗੀਤ ਸੁਣਾ ਗਿਆ, ਐਂਟਰਟੇਨਮੈਂਟ ਟਾਈਪ ਜਾਂ ਥੋੜ੍ਹਾ ਜਿਹਾ ਇਕੱਠਾ ਹੋਏ। ਸਾਹਿਤ ਦੀ ਉੱਥੇ ਉਨੀ ਸ਼ਿੱਦਤ ਨਾਲ ਗੱਲ ਨਹੀਂ ਹੁੰਦੀ ਜਿੰਨੀ ਹੋਣੀ ਚਾਹੀਦੀ ਆ। ਜਾਂ ਕੋਈ ਮਹਿਮਾਨ ਲੇਖਕ ਆਉਂਦਾ ਜਾਂ ਕੋਈ ਕਲਾਮਈ ਵਿਅਕਤੀ ਆਉਂਦਾ, ਤਾਂ ਉਹਦੇ ਨਾਲ ਗੱਲ ਕਰਨ ਦਾ ਉਹਨੂੰ ਵੀ ਉਹੀ ਇੱਕ ਆਮ ਲੇਖਕ ਦੇ ਵਾਂਗ 5 ਜਾਂ 4 ਮਿੰਟ ਦਿੱਤੇ ਜਾਂਦੇ ਆ।
ਅਸੀਂ ਚਾਹੁੰਦੇ ਸੀ ਵੀ ਜਿਹੜੇ ਲੇਖਕ ਆਉਂਦੇ ਆ ਜਾਂ ਕਿਸੇ ਵੀ ਕਲਾ ਨਾਲ ਸੰਬੰਧਿਤ ਵਿਅਕਤੀ ਆਉਂਦਾ ਹੈਗਾ ਕੈਨੇਡਾ ਦੇ ਵਿੱਚ ਚੱਲ ਕੇ, ਸਰੀ ਦੇ ਵਿੱਚ ਚੱਲ ਕੇ, ਅਸੀਂ ਪਹਿਲਾਂ ਉਹਨਾਂ ਦੇ ਰੂਬਰੂ ਕਰਦੇ ਹੁੰਦੇ ਸੀ ਅਤੇ ਜਰਨੈਲ ਆਰਟਸ ਗੈਲਰੀ ਦੇ ਵਿੱਚ ਜਦੋਂ ਰੂਬਰੂ ਕਰਦੇ ਸੀ ਤਾਂ ਫਿਰ ਦਿਮਾਗ 'ਚ ਆਇਆ ਵੀ ਕੋਈ ਨਾ ਕੋਈ ਸੰਸਥਾ ਦਾ ਨਾਂ ਹੋਣਾ ਚਾਹੀਦਾ ਜਿਹੜੀ ਇਹ ਕਰਵਾ ਰਹੀ ਆ। ਉਦੋਂ ਫਿਰ ਅਸੀਂ, ਮੈਂ, ਸਰਦਾਰ ਜਰਨੈਲ ਸਿੰਘ ਆਰਟਿਸਟ, ਜਰਨੈਲ ਸਿੰਘ ਸੇਖਾ, ਅੰਗਰੇਜ਼ ਬਰਾੜ ਅਤੇ ਨਛੱਤਰ ਸਿੰਘ ਬਰਾੜ ਉਦੋਂ ਜਿਉਂਦੇ ਹੁੰਦੇ ਸੀਗੇ, ਅਤੇ ਇਸ ਤਰ੍ਹਾਂ ਦੇ ਕੁਛ ਬੰਦਿਆਂ ਨੇ ਇਕੱਠੇ ਹੋ ਕੇ ਸੋਚਿਆ ਵੀ ਇਹ ਬਣਾਇਆ। ਅਸੀਂ ਫਿਰ ਇਹ ਸੰਸਥਾ ਨੂੰ ਤਿਆਰ ਕੀਤਾ। ਇਹਦੇ ਵਿੱਚ ਅਸੀਂ ਕੋਈ ਮੰਥਲੀ ਮੀਟਿੰਗ ਨਹੀਂ ਕਰਦੇ, ਪਰ ਜਦੋਂ ਕੋਈ ਵਿਅਕਤੀ ਬਾਹਰੋਂ ਆਉਂਦਾ ਹੈਗਾ ਤਾਂ ਅਸੀਂ ਉਸ ਵਿਅਕਤੀ ਨਾਲ ਬੈਠ ਕੇ ਉਹਨੂੰ ਪੂਰਾ ਘੰਟਾ ਦਿੰਦੇ ਹਾਂ। ਉਹ ਆਪਣੀ ਗੱਲਬਾਤ ਸੁਣਾਉਂਦਾ, ਉਹਦੇ ਬਾਰੇ ਕੋਈ ਬੋਲਦਾ ਵੀ ਆ, ਅਤੇ ਫਿਰ ਉਹਨੂੰ ਅਸੀਂ ਸਵਾਲ ਜਵਾਬ ਵੀ ਕਰਦੇ ਹਾਂ। ਇਹ ਵੀ ਫਿਰ ਜੇ ਅਸੀਂ ਕਿਸੇ ਕੋਈ ਵਿਅਕਤੀ ਕਿਤਾਬ ਲਿਖ ਕੇ ਵੀ ਲਿਖਦਾ, ਅਸੀਂ ਉਸ ਕਿਤਾਬ ਬਾਰੇ ਵੀ ਸਵਾਲ ਜਵਾਬ ਕਰਦੇ ਹੈਗੇ ਹਾਂ। ਅਤੇ ਇਸੇ ਤਰ੍ਹਾਂ ਉਸ ਜਗ੍ਹਾ ਦੇ ਉੱਤੇ ਅਸੀਂ ਔਰ ਫਿਰ ਉਹਦੇ ਵਿੱਚ ਖੂਬਸੂਰਤੀ ਇਹ ਆ ਵੀ ਜਿਹੜੇ ਵਿਅਕਤੀ ਆਉਂਦੇ ਆ, ਅਸੀਂ ਉਹਨਾਂ ਦੇ ਕਿਹੜੇ ਵਿਚਾਰ ਨੇ ਉਹਨਾਂ ਦੀ ਰਿਸਪੈਕਟ ਕਰਦੇ ਹਾਂ। ਉਸ ਥਾਂ ਦੇ ਉੱਤੇ ਸਾਡੇ ਮਤਲਬ ਧਾਰਮਿਕ ਵਿਚਾਰਾਂ ਵਾਲੇ ਵਿਅਕਤੀ ਵੀ, ਕਾਮਰੇਡ ਵਿਅਕਤੀ ਵੀ, ਖੱਬੇ ਸੱਜੇ ਹਰ ਵਿਚਾਰਧਾਰਾ ਦਾ ਵਿਅਕਤੀ ਉੱਥੇ ਆਉਂਦਾ ਹੈਗਾ। ਉਹ ਆਪਣੀ ਗੱਲ ਕਹਿੰਦਾ ਅਤੇ ਅਸੀਂ ਉਸ ਨੂੰ ਇਹ ਸਮਝਦੇ ਹਾਂ ਵੀ ਉਹ ਆਪਣੀ ਗੱਲ ਕਹਿਣ ਦਾ ਉਨਾ ਹੀ ਹੱਕ ਆ ਜਿੰਨਾ ਸਾਨੂੰ ਆਪਣੀ ਗੱਲ ਕਹਿਣ ਦਾ ਹੱਕ ਆ। ਉਹਨਾਂ ਦੇ ਵਿਚਾਰਾਂ ਨਾਲ ਸਾਡਾ ਸਹਿਮਤ ਹੋਣਾ ਕੋਈ ਜ਼ਰੂਰੀ ਨਹੀਂ ਹੈਗਾ। ਅਤੇ ਪਰ ਹਾਂ ਇੰਨਾ ਜ਼ਰੂਰ ਆ ਵੀ ਉੱਥੇ ਕਿਸੇ ਵਿਅਕਤੀਗਤ ਟਿੱਪਣੀ ਜਾਂ ਜਾਤ ਪਾਤ ਦੇ ਉੱਤੇ ਜਾਂ ਧਰਮ ਦੇ ਉੱਤੇ ਅਸੀਂ ਕੋਈ ਇਸ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਜੇ ਕੋਈ ਕਰਦਾ ਤਾਂ ਉਹਨੂੰ ਉੱਥੋਂ ਰੋਕਦੇ ਹੈਗੇ। ਅਤੇ ਆਪਣੀ ਗੱਲ ਬੰਦਾ ਪੂਰੇ ਜੋਸ਼ ਨਾਲ ਕਹਿ ਸਕਦਾ, ਉਹਨੂੰ ਅਸੀਂ ਪੂਰਾ ਹੱਕ ਦਿੰਦੇ ਹਾਂ, ਪਰ ਅਸੀਂ ਵਿਅਕਤੀਗਤ ਦੇ ਤੌਰ ਦੇ ਉੱਤੇ ਕਿਸੇ ਦੇ ਉੱਤੇ ਕੋਈ ਇਸ ਤਰ੍ਹਾਂ ਟਿੱਪਣੀ ਨਹੀਂ ਕਰ ਸਕਦਾ। ਸੋ ਇਸ ਸੰਸਥਾ ਦਾ ਮੰਥਲੀ ਮੀਟਿੰਗ ਨਹੀਂ ਹੁੰਦੀ। ਕਈ ਵਾਰ ਮਹੀਨੇ ਦੇ ਵਿੱਚ ਕਈ ਵਿਅਕਤੀ ਆ ਜਾਂਦੇ ਆ। ਸਮਰ ਦੇ ਵਿੱਚ ਤੁਹਾਨੂੰ ਪਤਾ ਹੀ ਆ, ਲੇਖਕ, ਹੋਰ ਕੋਈ ਪੇਂਟਰ, ਅਤੇ ਕਿਸੇ ਵੀ ਕਲਾ ਨਾਲ ਸੰਬੰਧਿਤ ਕੋਈ ਗਾਇਕ ਆ ਗਿਆ ਅਤੇ ਕੋਈ ਮਿਊਜ਼ੀਸ਼ੀਅਨ ਆ ਗਿਆ, ਅਸੀਂ ਉਹਨਾਂ ਦੇ ਨਾਲ ਹਰ ਤਰ੍ਹਾਂ ਦੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜਿਹੜੀਆਂ ਇਹ ਸੰਸਥਾਵਾਂ ਨੇ, ਹੋਰ ਵੀ ਬਹੁਤ ਸਾਰੀਆਂ, ਜਾਂ ਤੁਹਾਡੀ ਸੰਸਥਾ ਵੀ ਆ, ਆਮ ਤੌਰ 'ਤੇ ਕਿਹਾ ਜਾਂਦਾ ਵੀ ਇੱਥੇ ਇੱਕ ਦੂਜੇ ਦੀਆਂ ਸਿਫਤਾਂ ਤੱਕ ਸੀਮਿਤ ਰਹਿ ਜਾਂਦੀਆਂ ਕਿਤੇ ਨਾ ਕਿਤੇ, ਵੀ ਜਿਹੜਾ ਉਸਾਰੂ ਆਲੋਚਨਾ ਆ ਉਹਦੀ ਘਾਟ ਹੁੰਦੀ ਆ। ਅਤੇ ਇਸ ਤਰ੍ਹਾਂ ਦਾ ਜਿਹੜਾ ਬਹਿਸ ਉਸਾਰੂ ਆਲੋਚਨਾ ਤੁਹਾਡੇ ਕਰਵਾਈ ਜਾਂਦੀ ਹੈ ਜੀ? ਬਿਲਕੁਲ। ਸਾਡੇ ਮੈਂ ਹੁਣ ਪਿਛਲੇ ਦਿਨਾਂ ਦੀ ਗੱਲ ਦੱਸਦਾ ਤੁਹਾਨੂੰ। ਕੁਝ ਕਿਤਾਬਾਂ ਦੇ ਉੱਤੇ ਆਲੋਚਨਾਤਮਕ ਬਹੁਤ ਗੱਲਾਂ ਹੋਈਆਂ ਨੇ। ਇੱਕ ਵਿਦਵਾਨ ਬਾਹਰੋਂ ਆਏ ਹੋਏ ਸੀ, ਆਪਣੀ ਪੁਸਤਕ ਲੈ ਕੇ ਆਏ, ਉਹ ਅਸੀਂ ਕੁਛ ਵਿਦਵਾਨਾਂ ਨੂੰ ਪੜ੍ਹਨ ਨੂੰ ਦਿੱਤੀ, ਅਤੇ ਉਹਦੇ ਬਾਰੇ ਵਿੱਚ ਬਹੁਤ ਜੋਸ਼ ਭਰੀ ਮਤਲਬ ਹੋਈ ਬਹਿਸ। ਅਤੇ ਇੱਥੋਂ ਤੱਕ ਵੀ ਸਿਚੁਏਸ਼ਨ ਆ ਗਈ ਸੀ ਵੀ ਉਹ ਵਿਅਕਤੀ ਮੇਰਾ ਖਿਆਲ ਆ ਬੜਾ ਅਨਕੰਫਰਟੇਬਲ ਫੀਲ ਕਰ ਰਿਹਾ ਸੀ ਵੀ ਮੈਂ ਕਹਾਂ ਨਹੀਂ, ਇੱਥੇ ਮੈਨੂੰ ਆਉਣਾ ਹੀ ਨਹੀਂ ਸੀ ਚਾਹੀਦਾ। ਪਰ ਅਸੀਂ ਉਹਦੇ 'ਤੇ ਭਰਪੂਰ ਬਹਿਸ ਹੋਈ। ਅਤੇ ਹੋਰ ਐਗਜ਼ਾਮਪਲ ਦੇ ਤੌਰ 'ਤੇ ਆਪਣੇ ਜਗਜੀਤ ਸੰਧੂ ਹੋਰਾਂ ਦੀ ਪਿਛਲੀ ਕਿਤਾਬ ਜਿਹੜੀ ਉਹਦੇ ਬਾਰੇ ਗੱਲਬਾਤ ਹੋਈ ਜਦੋਂ ਸਾਡੀ, ਤਾਂ ਉਹਦੇ 'ਤੇ ਪੂਰੀ ਵਿਚਾਰ ਚਰਚਾ ਐਨ ਉਹਨੂੰ। ਔਰ ਖੂਬਸੂਰਤੀ ਇਹ ਆ ਵੀ ਜਗਜੀਤ ਸੰਧੂ ਨੇ ਉਹ ਸਾਰੀ ਚਰਚਾ ਨੂੰ ਐਨ ਪੂਰੇ ਧਿਆਨ ਨਾਲ ਸੁਣਿਆ, ਅਤੇ ਉਸ ਤੋਂ ਬਾਅਦ ਵਿੱਚ ਉਹਨੇ ਆਪਣੇ ਵੱਲੋਂ ਵੀ ਆਪਣਾ ਪ੍ਰਤੀਕਰਮ ਵੀ ਉਹਦਾ ਦਿੱਤਾ। ਅਤੇ ਉਹਦਾ ਵੱਡਾ ਮਤਲਬ ਇਹ ਹੁੰਦਾ ਹੈਗਾ ਵੀ ਜਦੋਂ ਅਸੀਂ ਇੱਕ ਲੇਖਕ ਦੀ ਲੇਖਣੀ ਬਾਰੇ ਗੱਲ ਕਰ ਰਹੇ ਹਾਂ, ਉਹ ਉਸ ਵੇਲੇ ਅਸੀਂ ਸਿੱਖ ਸਾਰੇ ਹੀ ਰਹੇ ਹਾਂ, ਸਾਨੂੰ ਜਾਣਕਾਰੀ ਸਾਰਿਆਂ ਨੂੰ ਹੀ ਮਿਲ ਰਹੀ ਆ। ਸੋ ਇੱਕ ਉਹ ਪੁਸਤਕ ਜਾਂ ਉਹ ਵਿਅਕਤੀ ਤਾਂ ਇੱਕ ਵਸੀਲਾ ਬਣਦਾ ਹੈਗਾ, ਪਰ ਉੱਥੇ ਜਿਹੜੇ ਹਾਜ਼ਰ ਬੰਦੇ ਨੇ, ਜਦੋਂ ਉਹਦੇ ਉੱਤੇ ਡਿਬੇਟ ਚੱਲਦੀ ਹੈ, ਗੱਲਬਾਤ ਚੱਲਦੀ ਆ, ਤਾਂ ਅਸੀਂ ਸਾਰੇ ਹੀ ਉਹਦੇ ਵਿੱਚੋਂ ਮਤਲਬ ਗਰੋ ਹੁੰਦੇ ਹਾਂ, ਉਹਦੇ ਵਿੱਚੋਂ ਸਾਨੂੰ ਗਿਆਨ ਮਿਲਦਾ ਹੈਗਾ। ਅਤੇ ਸੋ ਇਸ ਤਰ੍ਹਾਂ ਦੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਜੀ। ਗਿੱਲ ਸਾਹਿਬ, ਆਖਰ ਦੇ ਵਿੱਚ ਸਾਡੇ ਚੈਨਲ ਪੰਜਾਬੀ ਦੇ ਦਰਸ਼ਕਾਂ ਨੂੰ, ਤੁਹਾਡੇ ਆਪਣੇ ਦਰਸ਼ਕ ਨੇ ਜੀ, ਤੁਹਾਨੂੰ ਦੇਖਦੇ ਨੇ ਹਰ ਵਾਰੀ ਇਹ ਕਲਾ ਦੇ ਅੰਗ ਸੰਗ ਦੇ ਵਿੱਚ, ਕੋਈ ਗੱਲਬਾਤ ਜੀ? ਹਾਂਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਚੈਨਲ ਪੰਜਾਬੀ ਦਾ ਹਮੇਸ਼ਾ ਹੀ ਤੁਹਾਡਾ ਅਮਿਤ ਅਤੇ ਜਿਹੜੀ ਸਾਰੀ ਦੀ ਸਾਰੀ ਟੀਮ ਆ, ਮੈਂ ਬੜਾ ਉਹਨਾਂ ਦਾ ਪ੍ਰਸ਼ੰਸਕ ਹੈਗਾ। ਅਸੀਂ ਤਾਂ ਮੈਂ ਤਾਂ ਆਪਾਂ ਤਾਂ ਸਾਹਮਣੇ ਬੈਠੇ ਜ਼ਿਆਦਾ ਆਡੀਅנס ਨੂੰ ਦੇਖਦੇ ਹੁੰਦੇ ਹਾਂ, ਪਰ ਜਿਹੜੀ ਸਾਡੀ ਪਿੱਛੇ ਟੀਮ ਆ,
ਇਹ ਭੁਪਿੰਦਰ ਹੋਏ ਤੇ ਅਮਿਤ ਹੋਏ, ਇਹਦੇ ਨਾਲ ਜਿਹੜਾ ਚੈਨਲ ਦਾ ਸਟਾਫ ਹੈਗਾ, ਮੈਨੇਜਮੈਂਟ ਹੈਗੀ ਆ, ਉਹਨਾਂ ਦਾ ਜੇ ਸਾਨੂੰ ਥਾਪੜਾ ਨਾ ਹੋਵੇ ਤਾਂ ਅਸੀਂ ਇਹ ਕੰਮ ਕਰ ਨਹੀਂ ਸਕਦੇ ਹੈਗੇ। ਕਲਾ ਦੇ ਅੰਗ ਸੰਗ ਹੋਇਆ, ਤੁਹਾਡਾ ਪ੍ਰੋਗਰਾਮ ਵੀ ਹੋਇਆ, ਇਹ ਸਾਰੇ ਪ੍ਰੋਗਰਾਮਾਂ ਲਈ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਵੀ ਧੰਨਵਾਦ ਆ ਬਹੁਤ ਬਹੁਤ। ਅਤੇ ਦੂਸਰੀ ਗੱਲ, ਜਿਹੜੀ ਆਡੀਅੰਸ ਆਪਾਂ ਨੂੰ ਦੇਖ ਕੇ ਸਾਨੂੰ ਮਾਣ ਦੇ ਰਹੀ ਆ, ਸਾਡੇ ਪ੍ਰੋਗਰਾਮ ਨੂੰ ਵਾਚ ਕਰ ਰਹੀ ਆ, ਉਹਨਾਂ ਦਾ ਵੀ ਮੈਂ ਇਸ ਜ਼ਰੀਏ ਅੱਜ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਾ। ਮੇਰੀ ਪੁਸਤਕ ਬਾਰੇ ਤੁਸੀਂ ਗੱਲਬਾਤ ਕੀਤੀ ਆ, ਇਹਦੇ ਲਈ ਧੰਨਵਾਦ ਕਰਨ ਦੇ ਨਾਲ ਮੈਂ ਤਾਂ ਇਹ ਕਹੂੰਗਾ ਵੀ ਉਸ ਦਿਨ ਐਤਵਾਰ ਨੂੰ ਬਹੁਤ ਸਾਰਿਆਂ ਨੇ ਫੇਸਬੁੱਕ 'ਤੇ ਜਦੋਂ ਮੈਂ ਪਾਇਆ, ਉਹ ਕਹਿਣ ਲੱਗੇ ਵੀ ਇਕੱਲੇ ਲੇਖ ਹੀ ਆ ਸਕਦੇ ਆ। ਮੈਂ ਉਹਨਾਂ ਨੂੰ ਵਿਸ਼ੇਸ਼ ਤੌਰ 'ਤੇ ਕਹਿਣਾ ਚਾਹਾਂ ਵੀ ਲੇਖਕ ਚਾਹੇ ਘੱਟ ਆਉਣ, ਪਰ ਆਮ ਜਿਹੜੇ ਪਾਠਕਾਂ ਨੂੰ ਆਉਣਾ, ਉਹਨਾਂ ਨੂੰ ਖੁੱਲ੍ਹਾ ਸੱਦਾ ਹੈਗਾ, ਉਹ ਜ਼ਰੂਰ ਆਉਣ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਜਿਹੜੇ ਵਿਚਾਰ ਜੇ ਦੇਣਗੇ ਤਾਂ ਸਾਨੂੰ ਖੁਸ਼ੀ ਹੋਊਗੀ। ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਦੋਸਤੋ, ਮੋਹਨ ਗਿੱਲ ਹੋਣਾ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ। ਚੈਨਲ ਪੰਜਾਬੀ ਦੇ ਉੱਤੇ ਤੁਸੀਂ ਦੇਖਦੇ ਹੋ ਕਲਾ ਦੇ ਅੰਗ ਸੰਗ, ਕਿਸੇ ਵੀ TV ਚੈਨਲ ਦੇ ਉੱਤੇ ਇੱਥੇ ਕੈਨੇਡਾ ਜਾਂ ਕਿਸੇ ਵੀ ਬਾਹਰਲੇ ਮੁਲਕ ਦੇ ਵਿੱਚ ਸਭ ਤੋਂ ਲੰਬਾ ਚੱਲਣ ਵਾਲਾ ਅੱਜ ਤੱਕ ਦਾ ਸਾਹਿਤਕ ਪ੍ਰੋਗਰਾਮ, ਜਿਹੜਾ ਅਜੇ ਵੀ ਉਸੇ ਤਰ੍ਹਾਂ ਚੱਲ ਰਿਹਾ। ਪੰਜਾਬੀ ਦਾ ਸ਼ਾਇਦ ਹੀ ਕੋਈ ਵੱਡਾ ਨਾਂ ਹੋਊਗਾ ਜਿਹੜਾ ਕਲਾ ਦੇ ਅੰਗ ਸੰਗ ਪ੍ਰੋਗਰਾਮ ਦੇ ਵਿੱਚ ਨਹੀਂ ਆਇਆ, ਅਤੇ ਮੋਹਨ ਗਿੱਲ ਹੋਣੀ ਉਹਦਾ ਸੰਚਾਲਨ ਕਰਦੇ ਬੜੇ ਲੰਬੇ ਸਮੇਂ ਤੋਂ, ਔਰ ਸਾਹਿਤਕ ਹਲਕਿਆਂ ਦੇ ਵਿੱਚ ਖਾਸ ਤੌਰ 'ਤੇ ਉਸ ਪ੍ਰੋਗਰਾਮ ਦੀ ਆਪਣੀ ਥਾਂ ਆ। ਮੋਹਨ ਗਿੱਲ ਹੋਣੀ ਚੈਨਲ ਪੰਜਾਬੀ ਦੇ ਆਪਣੇ ਨੇ, ਸੋ ਸਾਡੇ ਆਪਣਿਆਂ ਦੀ ਕਿਤਾਬ ਪਵਨ ਆਈ ਹੈ, ਅਤੇ ਉਹਦੇ ਉੱਤੇ ਅਸੀਂ ਤੁਹਾਨੂੰ ਵੀ ਬੇਨਤੀ ਕਰਦੇ ਹਾਂ ਕਿ ਜ਼ਰੂਰ ਜਰਨੈਲ ਆਰਟਸ ਅਕੈਡਮੀ ਦੇ ਵਿੱਚ ਪਹੁੰਚੋ, ਔਰ ਉੱਥੇ ਬਹੁਤ ਉਸਾਰੂ ਆਲੋਚਨਾ, ਬਹਿਸ, ਗੱਲਬਾਤ ਹਾਈਕੂ ਬਾਰੇ, ਕਿਤਾਬਾਂ ਬਾਰੇ, ਕਲਾ ਬਾਰੇ ਹੋਏਗੀ, ਅਤੇ ਅਸੀਂ ਆਸ ਕਰਦੇ ਹਾਂ ਕਿ ਭਵਿੱਖ ਦੇ ਵਿੱਚ ਵੀ ਵੈਨਕੂਵਰ ਵਿਚਾਰ ਮੰਚ ਇਸ ਤਰ੍ਹਾਂ ਦੇ ਸਮਾਗਮ ਕਰਾਉਂਦਾ ਰਹੇਗਾ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।